वाहिगुरु साहिब जी। श्लोक महला तीजा। पराई अमान क्यों रखी है, दिती ही सुख होए। गुर का शब्द गुर थै टिकै, होर थै प्रगट ना होए। पराई अमान क्यों रखी है, दिती ही सुख होए। गुर का शब्द गुर थै टिकै, होर थै टिकै होर थै प्रगट ना होए। अन्ने वस माणक भया, घर कर वेचण जाए। उन्ना परख न आवई, अड ना पल्ले पार। जे आप परख न आवई, तां पारखियां थावों लियो परखाए। जे उस नाल चित लाए तां वथ लहै, नौ निध पल्लै पार। घर होंदे धन भुखा, घर होंदे धन जग भुखा मूआ। बिन सतगुर सोझी ना होए। शब्द शीतल मन तन वसै, तिथै सोग विजोग न कोय। वस्त पराई आप गर्भ करे, मूर्ख आप गणाए। नानक बिन बूझै किने न पायो, फिर आवे जाए। महला तीजा। मन आनंद भया मिलिया हर प्रीतम, सरसे सज्जन संत प्यारे। जो तुर मिले ना विछुड़ह कबहूँ, जे आप मिले कर तारे। अंतर शब्द रव्या गुर पाया, सगले दुख निवारे। हर सुख दाता सदा सलाही, अंतर रखा उर थारे। मन मुख तिनकी बखीली के करे, जे सच्चे शब्द सवारे। उन्हां दी आप पत रखसी मेरा प्यारा, शरणागत पै गुरुद्वारे। नानक गुरमुख से सुहेले पै, मुख उजल दरबारे। पौड़ी। स्त्री पुरखै बहु प्रीत मिल मोह बधाया, पुत्र कलतर नित वेखै विकसै मोह माया। देश प्रदेश धन चोराए, आन मुह पाया। अंत होवै वैर विरोध, को सकै नाम छड़ाया। नानक बिन नामे त्रिग मोह, जित लग दुख पाया। नानक बिन नामे त्रिग मोह, जित लग दुख पाया। वाहिगुरु जी का खालसा, वाहिगुरु जी की फतेह। सर्व सुखां दे दाते सतगुरु, चबर छतर तखत दे मालक, जुगो जुग अटल। साहिब श्री गुरु ग्रंथ साहिब जी की पावन हजूरी अंदर सुभाईमान, परम सत्कार जो गुरु रूप खालसा साध संगत जीओ। अमृत वेले गुरु के दर्शन दीदार करने का सुभाग प्राप्त होया है। वाहिगुरु जी का कोटान कोट शुक्र है। गुरबाणी का कीर्तन आप जी ने बड़े चाव नाल श्रवण किया है। गुरु की अमृत बाणी की विचार जो आप जी हर रोज सुनते हो,
ਉਸ ਦੇ ਨਾਲ ਸੰਬੰਧਿਤ ਇਹ ਪਾਵਨ ਬਚਨ ਸਾਰੰਗ ਰਾਗ ਦੀ ਵਾਰ ਵਿੱਚੋਂ ਆਪ ਜੀ ਸਰਵਣ ਕਰ ਰਹੇ ਸੀ। ਇਹ ਵਾਰ ਗੁਰੂ ਰਾਮਦਾਸ ਜੀ ਦੀ ਬਖਸ਼ਿਸ਼ ਕੀਤੀ ਹੋਈ ਹੈ। ਅੱਜ ਦੀ ਇਹ ਪਵਿੱਤਰ ਪੌੜੀ ਜੋ 32 ਨੰਬਰ ਤੇ ਅੰਕਿਤ ਹੈ, ਉਹਦੇ ਨਾਲ 2 ਸ਼ਲੋਕ ਗੁਰੂ ਅਮਰਦਾਸ ਜੀ ਮਹਾਰਾਜ ਦੀ ਬਖਸ਼ਿਸ਼ ਕੀਤੇ ਹੋਏ ਨੇ। ਪਵਿੱਤਰ ਪੌੜੀ ਅੰਦਰ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਸਾਡਾ ਜੋ ਸੰਸਾਰੀ ਲੋਕਾਂ ਦਾ ਸੁਭਾਅ ਹੈ ਉਸ ਨੂੰ ਵਰਣਨ ਕਰ ਰਹੇ ਨੇ ਕਿ ਅਸੀਂ ਗ੍ਰਸਤੀ ਲੋਕ ਆਪਸੀ ਮੋਹ ਵਿੱਚ ਬਤੀਤ ਕਰਦੇ ਹਾਂ ਜ਼ਿੰਦਗੀ। ਮੋਹ ਹੋਣਾ, ਪਿਆਰ ਹੋਣਾ ਬੜਾ ਜ਼ਰੂਰੀ ਹੈ, ਪਰ ਉਹਦੇ ਵਿੱਚ ਅਸੀਂ ਕਈ ਵਾਰੀ ਇਹਨਾਂ ਮੋਹ ਵਿੱਚ ਪੈ ਜਾਂਦੇ ਹਾਂ ਕਿ ਸਿਰਫ ਆਪਣੇ ਸਵਾਰਥ ਦੀ ਖਾਤਰ ਅਨੇਕਾਂ ਪਾਪ ਕਰਕੇ, ਔਗੁਣ ਕਰਕੇ ਧਨ ਇਕੱਤਰ ਕਰਦੇ ਹਾਂ ਕਿ ਸ਼ਾਇਦ ਇਸ ਧਨ ਨਾਲ ਸਾਡਾ ਜੀਵਨ ਜਿਹੜਾ ਹੈ ਉਹ ਸੁਖਦਾਈ ਹੋ ਜਾਏਗਾ। ਧਨ ਆ ਜਾਂਦਾ ਹੈ, ਅਸੀਂ ਆਪਣੇ ਰਿਸ਼ਤੇਦਾਰਾਂ ਤੇ, ਆਪਣੇ ਸੰਬੰਧੀਆਂ ਤੇ ਖਰਚਦੇ ਹਾਂ, ਪਰ ਉਹ ਧਨ ਹੀ ਕਈ ਵਾਰਾਂ ਦੁੱਖਾਂ ਦਾ ਕਾਰਨ ਬਣ ਜਾਂਦਾ ਹੈ, ਵੈਰ ਵਿਰੋਧ ਦਾ ਕਾਰਨ ਬਣ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਕਿ ਜ਼ਿੰਦਗੀ ਦਾ ਜੋ ਅਸਲੀ ਸੁੱਖ ਹੈ, ਜ਼ਿੰਦਗੀ ਨੂੰ ਮਾਣਨ ਦਾ ਜੋ ਅਸਲੀ ਰਸਤਾ ਹੈ, ਉਹ ਹੈ ਉਸ ਪਰਮਾਤਮਾ ਦੇ ਪਿਆਰ ਵਿੱਚ ਜੁੜ ਕੇ ਅਸੀਂ ਜੀਵਨ ਬਤੀਤ ਕਰੀਏ। ਜਿੱਥੇ ਪਵਿੱਤਰ ਪੌੜੀ ਅੰਦਰ ਗੁਰੂ ਰਾਮਦਾਸ ਜੀ ਮਹਾਰਾਜ ਸਾਨੂੰ ਗਿਆਨ ਦੇ ਰਹੇ ਨੇ, ਪਾਵਨ ਸ਼ਲੋਕਾਂ ਦੇ ਰਾਹੀਂ ਜੋ ਰਹਿਮਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੀਤੀ ਹੈ, ਆਓ ਆਪਾਂ ਮਿਲ ਕੇ ਗੁਰੂ ਕੇ ਇਹ ਪਾਵਨ ਬਚਨਾਂ ਦੀ ਵਿਚਾਰ ਸਾਂਝੀ ਕਰੀਏ। ਸਤਿਗੁਰੂ ਜੀ ਦੇ ਪਿਆਰ ਵਿੱਚ ਜੁੜਦੇ ਆ ਮਨ ਬਿਰਤੀਆਂ ਨੂੰ ਟਿਕਾਉਣ ਦੇ ਲਈ ਮੁੱਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਿਲਾ ਤੀਜਾ। ਪਰਾਈ ਅਮਾਨ ਕਿਉਂ ਰੱਖੀਐ, ਦਿੱਤੀ ਹੀ ਸੁਖ ਹੋਏ। ਗੁਰੂ ਅਮਰਦਾਸ ਜੀ ਦੇ ਇਹ ਪਾਵਨ ਬਚਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1249 ਤੇ ਅੰਕਿਤ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਜੋ ਬਗਾਨੀ ਅਮਾਨਤ ਹੁੰਦਿਆ ਉਹਨੂੰ ਰੱਖਿਆ ਨਹੀਂ, ਉਹਨੂੰ ਦਿੱਤੇ ਹੀ ਸੁੱਖ ਮਿਲਦਾ ਹੈ। ਦੇਖੋ, ਵਾਹਿਗੁਰੂ ਜੀ ਨੇ ਸਾਨੂੰ ਜ਼ਿੰਦਗੀ ਦਿੱਤੀ ਹੈ, ਇਹ ਅਮਾਨਤ ਵਾਹਿਗੁਰੂ ਜੀ ਦੀ ਹੈ। ਇਹ ਸਰੀਰ ਅਮਾਨਤ ਵਾਹਿਗੁਰੂ ਜੀ ਦਾ ਹੈ। ਉਹਨੇ ਸਾਨੂੰ ਇਹ ਦਾਤ ਬਖਸ਼ਿਸ਼ ਕੀਤੀ ਹੈ, ਪਰ ਵਿਰਲਾ ਕੋਈ ਪ੍ਰਾਣੀ ਹੈ ਜਿਹੜਾ ਜਦੋਂ ਪ੍ਰਮਾਤਮਾ ਆਪਣੀ ਇਹ ਦਾਤ ਵਾਪਸ ਲੈਂਦਾ ਤੇ ਉਹ ਪ੍ਰਸੰਨ ਹੋਵੇ ਜਾਂ ਆਪਣੇ ਆਪ ਨੂੰ ਸੁਰਖਰੂ ਮਹਿਸੂਸ ਕਰੇ। ਸਗੋਂ ਮਨੁੱਖ ਇਸ ਅਮਾਨਤ ਨੂੰ ਆਪਣੀ ਚੀਜ਼ ਸਮਝਣ ਲੱਗ ਪੈਂਦਾ। ਹੋਰ ਅਨੇਕਾਂ ਦਾਤਾਂ ਪ੍ਰਮਾਤਮਾ ਦਿੰਦਾ ਹੈ, ਭੁੱਲ ਜਾਂਦਾ ਹੈ ਪ੍ਰਾਣੀ। ਗੁਰਬਾਣੀ ਸਤਿਗੁਰੂ ਜੀ ਨੇ ਬਚਨ ਕਿ 10 ਵਸਤੂ ਲੈ ਪਾਛੇ ਪਾਵੇ, ਇੱਕ ਵਸਤ ਕਾਰਨ ਵਿਖੋਟ ਗਵਾਵੇ। ਸਤਿਗੁਰੂ ਜੀ ਕਹਿੰਦੇ ਨੇ ਇੱਕ ਵੀ ਨਾ ਦੇ 10 ਵੀ ਹਿਰ ਲੇ, ਤਉ ਮੂੜਾ ਕੋ ਕਹਾਂ ਕਰੀ। ਜਿਸ ਠਾਕਰ ਸਿਓ ਨਾਹੀ ਚਾਰ, ਤਾਂ ਕੋ ਕੀਜੇ ਸਦ ਨਮਸਕਾਰ। ਬੇਅੰਤ ਦਾਤਾਂ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੀਆਂ ਨੇ। ਸਭ ਤੋਂ ਵੱਡੀ ਅਮੋਲਕ ਦਾਤ ਇਹ ਜ਼ਿੰਦਗੀ ਹੈ, ਮਨੁੱਖਾ ਦੇਹੀ ਹੈ। ਪਰ ਮਨੁੱਖ ਇਹਨੂੰ ਆਪਣੀ ਸਮਝ ਕੇ ਨਾ ਫਿਰ ਹੰਕਾਰ ਕਰਨ ਲੱਗ ਪੈਂਦਾ ਹੈ। ਸਤਿਗੁਰੂ ਜੀ ਕਹਿੰਦੇ ਇਹ ਜਿਹੜੀ ਅਮਾਨਤ ਹੈ ਨਾ, ਕੋਈ ਵੀ ਜੋ ਕੁਝ ਵੀ ਸਾਨੂੰ ਵਾਹਿਗੁਰੂ ਜੀ ਨੇ ਜ਼ਿੰਦਗੀ ਦਿੱਤਾ ਹੈ, ਇਹ ਵਾਹਿਗੁਰੂ ਜੀ ਦੀ ਅਮਾਨਤ ਹੈ। ਔਰ ਵਾਹਿਗੁਰੂ ਮੰਗੇ ਤਾਂ ਉਹਨੂੰ ਦਿੱਤਿਆਂ ਹੀ ਸੁੱਖ ਮਿਲਦਾ ਹੈ। ਗੁਰ ਕਾ ਸ਼ਬਦ ਗੁਰ ਥੈ ਟਿਕੈ, ਹੋਰ ਥੈ ਪ੍ਰਗਟ ਨਾ ਹੋਏ। ਸਤਿਗੁਰੂ ਜੀ ਕਹਿੰਦੇ ਕਿ ਗੁਰੂ का जो शब्द है ना, वो गुरु राही ही साडे अंदर टिक सकता है, गुरु राही ही साडे अंदर ਉਹਦਾ प्रकाश हो सकता है। अब जो गुरु का ज्ञान है, गुरु के पवित्र बाणी ज्ञान का सूरज है, समुंदर है। जो गुरु की बख्शिश राही साडे अंदर ज्ञान प्रगट होंदा है ना, वो होर तरीके का ही नहीं। सतगुरु जी कहते होर थैं प्रगट ना होए, होर किसी तरीके दे राही गुरु का शब्द साडे अंदर प्रगट नहीं हो सकता। ये गुरु राही ही बख्शिश हो सकती है। अन्ने वस मानक पया, घर घर वेचण जाए। जिवें को मनुख अखां तो हीण है, जिन्हों असीं अन्ना कहने हैं।
सतगुरु जी कहते उनको अमोलक मोती मिल जाए, मानक मिल जाए, कीमती हीरा मिल जाए, पर उन्होंने ओदी कीमत का पता नहीं, क्योंकि उहदे कोल अखां नहीं है, उन्होंने सोझी नहीं है, उन्हें देखिया नहीं है। पर उन्होंने वेचण दे लई ओह घर घर तुरिया फिरे। उन्ना परख न आवे अड न पल्ले पाए। एक ते वेचण वाले नूं ओहदी वडियाई दा पता नहीं है, एक खरीदण वाले को पारखू नहीं है। सतगुरु जी कहते इन्ने कीमती लाल दा कौडी जिन्ना को मुल नहीं पैंदा, कोडी जिन्ना को मुल नहीं पैंदा। गुरु का शब्द रतन है, हीरा है। गुरु के शब्द की वडियाई का पता भी गुरु राही लगना है। बहुत सारे लोग ने आप देखते धर्म की दुनिया च भी बड़े चोर बैठे ने, ठग बैठे ने। हुंदी वो गुरु की बाणी है, आप ही दुकान चलाई चले जाते हैं कि शायद ये राही असी अपना चंगा उन्हों की दुकान तो चल जाती है, पर मनुखता का भला नहीं होंदा, संसार का भला नहीं होंदा। सतगुरु जी कहते कि गुरु का शब्द जिहड़ा है वो गुरु ही उहदी कीमत नूं जानदा है, गुरु राही उहदी कीमत का सानूं पता लगदा है। पर कई बारी जिवें हीरा अन्नियां दे हथ च आ जाए कि उहनूं घर घर वेचण उहदी कौडी जिन्ना को मुल नहीं पैंदा। कई बारी को गुरु के शब्द नूं ना थां थां ते इवें कह लो लई फिरदे ने, पर उहदी उह वडियाई नूं जाणदे नहीं, क्योंकि उन्हां परख न आवे अड न पल्ले पाए। उन्होंने गुरु के शब्द की कीमत का पता नहीं है, जिवें हीरे की कीमत का हर किसी को पता नहीं है। जे आप परख न आवे तां पारखियां थामों लियो परखाए। सतगुरु जी कहते भाई जे सानू आप हीरे की परख का पता ना होवे ते जिहड़े पारखू हुंदे ने, जिहड़े वो हीरे की कीमत नूं जाणदे जौहरी हुंदे ने, उन्हां पासों परखा लेना चाहिए। भाव गुरु के शब्द की वडियाई का जे सानू पता नहीं है कि सानू किसी गुरु के दर ते आके गुरु के प्यारे पासों उहदी कीमत पुछ लैनी चाहिए, वडियाई पुछ लैनी चाहिए है। जे उस नाल चित लाए तां वथ लहै नौ निध पलै पाए। जे उस पारखू दे बचनां नाल साडी सुरत जुड़ जाए, देखो सब तो वड्डा जौहरी ते सतगुरु ही है। जे साडा सतगुरु नाल चित जुड़ जाए ते फिर सानू इस गुरु के शब्द दे राही अपने अंदरों वो वस्तु मिल सकती है। नौ निधियां साडे अंदर जो वसियां ने वो मिल सकदियां ने। अमृत बाणी दा वचन के नौ निध अमृत प्रभ का नाम देही में इसका विश्राम। मत विच रतन जवाहर मानक, साडे अंदर जिहड़े वो रतन जवाहर मानक जां नौ निधियां ने वो सानू पता लग जांदियां ने। पर कदों जब असीं गुरु राही शब्द नूं समझदे हां, गुरु के शब्द नाल जुड़दे हां, उदों शब्द दे राही साडे अंदर प्रगास हो जांदा है। घर होंदे धन जग भुखा मूआ, बिन सतगुर सोजी ना होए। धन गुरु अमरदास जी कहते देखो जग दी अभागता, परमात्मा ने हर मनुख दे अंदर दुनिया के खजाने रखे हुए। गुरु की अमृत बाणी का वचन है कि साडे अंदर खजाना है, पर मनमुख कोठी अज्ञान अंधेरा तिन घर रतन न लाखा। मनमुखता करके साडे अंदर अज्ञानता का हनेरा हुंदा है। असीं अपने हिरदे विचले रतन नूं, उस जौहर नूं समझ नहीं सकते, जान नहीं सकते। जदों असीं सतगुरु कोल आउंदे हां, सतगुरु शब्द राहीं साडे अंदर प्रगास करते हैं, फिर सानू पता लगता है। अब कहते देखो जगत के किन्ने माड़े भाग के धन हुंदियां होया ये भुखा बैठा है, ये अंदर खजाना है तो यह फिर भुखा बैठा होया है, फिर ये गरीब बनिया बैठा होया। बाबा भीखा जी एक बड़े महापुरख होए ने, उन्हें एक गल की भीखा भूखा को नहीं सबकी गठड़ी लाल। कोई गरीब नहीं है, कोई भुखा नहीं है, सारियां दे अंदर लाल ने, हीरे ने, जवाहर ने। किसी जिग्यासू ने किया कि तुसी कहंदे सबकी गठड़ी लाल, पर दुनिया ते बड़े वो ने दलिदरी लोग जिहड़े जिंदगी दे अंदर दलिदर भोग रहे ने, गरीबी भोग रहे ने। ते भगत जी कहण लगे गठड़ी खोल न देखियो ए बिद भयो बेहाल।
इन्हां लोकां ने अपनी गठड़ी कदी खोली नहीं है, झात ही नहीं मारी अपने अंदर। गुरबाणी सानू स्वै पड़चोल करने की प्रेरणा करती, बंदिया अपने आप नूं पछाण, तू मन तू जोत स्वरूप है, अपना मूल पछाण। सतगुरु सच्चे पातशाह जी कहते कि जगत की यह अभागता है कि घर विच धन का खजाना है, लेकिन जग फिर भुखा मर रहा है। ये जिहड़ा खजाना है, इहदी सोझी बिन सतगुर सोझी ना होए। गुरु तो बिना इहदी सोझी नहीं हो सकती, गुरु तो बिना दा पता नहीं लग सकता। दुनियावी जो विद्या है, जो दुनियावी ज्ञान है, वो सानू दुनियावी तौर पर कारोबार करन दा, धन कमाउण दी जाच दस सकता है। पर मनुख दे अंदर जो असली धन है, जो खजाना है, ਉਹਦਾ ज्ञान दुनिया की कोई विद्या नहीं दे सकती। ਉਹਦਾ ज्ञान मनुख नूं गुरु पासों मिलना है। गुरु के शब्द नहीं मनुख के अंदर चानण हुंदा है, सोझी हुंदी है। बाबा रविदास साहब जी ने कहा सी कि साडी हालत उस राजे वर्गी जिहड़ा सुपने च भिखारी बन गया, भिखारी बन के दुखी हो रहे हैगा। राजा नरपत एक सिंहासन सोया, सुपने पिया भिखारी। अछत राज बिछर दुख पाया, सो गत पई हमारी। नरपत राजे नूं कहंदे ने, जिवें एक राजा सुपने च सौ के सुपने च भिखारी बन गया, भगत जी कहंदे साडी वो हालत है कि साडे घर अंदर धन है, घर अंदर खजाना है, पर सानू ओदा पता ही नहीं है। ओदा पता तो गुरु पासों लगना सी। बाहरला ज्ञान मुबारक है, बाहरला चानण भी मुबारक है, पर सतगुरु जी की बाणी कहती बाहरला जिन्ना मर्जी मनुख को ज्ञान आ जाए, चानण आ जाए, पर मनुख के अंदर तो हनेरा ही है ना। जे 100 चंदा उगवे, सूरज चढ़े हजार, इत्ते चानण होंदियां गुर बिन घोर अंधार। बाहर जिन्ने मर्जी सूरज प्रकाश हो जान, चंद्रमा प्रकाश हो जान, पर इन्ना कुछ होने के बावजूद भी जेकर मनुख के कोल गुरु का ज्ञान नहीं है तो वह हनेरे विच। सो सतगुरु सच्चे पातशाह जी कहते बिन सतगुरु सोझी ना होए। भी सतगुरु तो बिना मनुख नूं ज्ञान नहीं होना, समझ नहीं पैनी जो उहदे अंदर खजाना है। शब्द शीतल मन तन वसै, तिथै सोग विजोग न कोय। जिस मनुख दे अंदर गुरु का शब्द वह जाता है, उपदेश वह जाता है, गुरु की वाणी वह जाती है, वो अंदर मनुख अंदरों ठंडा शीतल हो जाता है। ਉਹਦੇ अंदर तृष्णा की अग मिट जाती है, क्रोध की अग मिट जाती है, हंकार की अग मिट जाती है, अंदरों ऐन ठंडा ठार हो जाता है। तिथे सोग विजोग न होए। जिस मनुख के अंदर गुरु का शब्द वस जाता है, सतगुरु जी कहते उस मनुख की जिंदगी च कोई सोग चिंता नहीं रही। विजोग का अर्थ होंदा विछोड़ा। हुण साडी जिंदगी च असीं देखते हैं, कोई साडा रिश्तेदार विछड़ गया तां भी असीं दुखी हाँ, धन दौलत चलिया गया, कारोबार चलिया गया तां भी असीं दुखी हाँ। जिस मनुख दे अंदर गुरु का शब्द वस जाता है, सोझी हो जाती है, उन्होंने कोई विजोग उहदे ते प्रभाव नहीं पा सकता, उहदे अंदर कोई सोग नहीं व्यापदा, हमेशा वो आनंद विच विचरदा है। वस्त पराई आप गर्भ करे, मूर्ख आप गणाए। सतगुरु साहिब जी कहते कि मनुख नूं जो कुछ मिले है ना, ये बगानी वस्तु है। सानू जिंदगी मिली है, ये वाहिगुरु जी की दात है। साडे अंदर जे खजाना है तो वह वाहिगुरु जी की दात है। जो कुछ भी वाहिगुरु जी ने दिता है, सानू जवानी दिती, सुंदरता दिती, रुतबा दिता, होर जो भी है वो वाहिगुरु जी दीयां दातां ने। चाहिदा तां इह है कि गावे को दात जाने निशान। रब दीयां दित्तियां दातां नूं उहदी निशानी जान के उहदे असीं गुण गाइए। लेकिन इहनूं दात प्यारी विसरिया दातारा, ये दात नाल जुड़ के दाते नूं भुल जांदा है, दात दा हंकार करन लग पैंदा। सतगुरु साहिब जी कहंदे ये ते बगानी दात है, ये ते सानू वाहिगुरु जी ने बख्शिश की दात दिती हुई है। इस करके इस दात दा हंकार करदा मूर्ख। वस्त पराई आप गर्व करे, मूर्ख आप गणाए।
ਮਨੁੱਖ ਦੇ ਕੋਲ ਜੋ ਕੁਝ ਹੈ ਉਹਦਾ ਆਪਣਾ ਨਹੀਂ ਹੈ। ਇਹ ਧਰਤੀ ਸਾਡੀ ਨਹੀਂ ਹੈ। ਬੰਦਾ ਸੋਚਦਾ ਕਿ ਇਹ ਘਰ ਮੇਰਾ ਹੈ, ਪਰਿਵਾਰ ਮੇਰਾ ਹੈ, ਧਨ ਮੇਰਾ ਹੈ, ਦੌਲਤ ਮੇਰੀ ਹੈ। ਅੱਜ ਤੱਕ ਧਨ ਤਾਂ ਕਿਸੇ ਦਾ ਨਹੀਂ ਬਣਿਆ। ਬਹੁਤ ਲੋਕ ਆਏ ਇਸ ਧਰਤੀ ਤੇ ਜਿਨ੍ਹਾਂ ਨੇ ਧਨ ਨੂੰ ਇਕੱਤਰ ਕਰਨ ਦੇ ਲਈ ਬੜੇ ਜ਼ੋਰ ਜ਼ੁਲਮ ਵੀ ਕੀਤੇ, ਅਨੇਕ ਤਰ੍ਹਾਂ ਦੇ ਔਗਣ ਕੀਤੇ, ਪਰ ਧਨ ਅੱਜ ਤੱਕ ਕਦੀ ਕਿਸੇ ਦੇ ਨਾਲ ਨਹੀਂ ਗਿਆ। ਜਿੰਨਾ ਧਨ ਰੱਬ ਨੇ ਬਣਾਇਆ ਨਾ ਆਦਿ ਤੋਂ, ਓਨਾ ਹੈ, ਓਨਾ ਹੀ ਰਹਿਣਾ, ਅੱਜ ਤੱਕ ਘਟਿਆ ਨਹੀਂ ਹੈ। ਮੱਲਾ ਮਾਰਨ ਵਾਲੇ ਬੜੇ ਆਏ ਕਿ ਮੇਰਾ ਮੇਰਾ ਕਰਨ ਵਾਲੇ। ਧਰਤੀ ਵੀ ਓਨੀ ਹੈ ਜਿੰਨੀ ਰੱਬ ਨੇ ਬਣਾਈ ਹੈ, ਲੇਕਿਨ ਧਰਤੀ ਤੇ ਵੀ ਮੱਲਾ ਮਾਰਨ ਵਾਲੇ ਬੜੇ ਆਏ ਕਿ ਇੰਨੀ ਧਰਤੀ ਸਾਡੀ ਹੈ, ਇੰਨਾ ਇਲਾਕਾ ਸਾਡਾ ਹੈ, ਪਰ ਉਹ ਚਲੇ ਗਏ। ਧਰਤੀ ਉੱਥੇ ਦੀ ਉੱਥੇ ਹੀ ਹੈ। ਸਤਿਗੁਰੂ ਜੀ ਕਹਿੰਦੇ ਮਨੁੱਖ ਬਗਾਨੀ ਅਮਾਨਤ ਜਿਹੜੀ ਹੈ ਨਾ, ਉਹਦੇ ਤੇ ਹੰਕਾਰ ਕਰੀ ਚਲਿਆ ਜਾਂਦਾ ਹੈ। ਸਾਡੇ ਕੋਲ ਕੁਝ ਵੀ ਆਪਣਾ ਨਹੀਂ ਹੈ। ਜੋ ਕੁਝ ਹੈ ਤੇ ਰੱਬ ਦਾ ਦਿੱਤਾ ਹੋਇਆ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਪਰਾਈ ਅਮਾਨ ਕਿਉਂ ਰੱਖੀ ਹੈ, ਦਿੱਤੀ ਹੀ ਸੁਖ ਹੋਏ। ਜੋ ਕੁਝ ਸਾਨੂੰ ਮਿਲਿਆ ਇਹ ਬਗਾਨਾ ਹੈ, ਇਹ ਸਾਡਾ ਨਹੀਂ ਹੈ। ਚਲੋ ਵਾਹਿਗੁਰੂ ਜੀ ਨੇ ਸਾਨੂੰ ਇਹ ਦਾਤ ਦਿੱਤੀ, ਜੇ ਮੰਗ ਲਏ ਤੇ ਦਿੱਤਿਆਂ ਹੀ ਸੁੱਖ ਮਿਲਦਾ। ਭਾਵੇਂ ਦੁਨਿਆਵੀ ਤੌਰ ਤੇ ਵੀ ਕਿਸੇ ਦੀ ਅਮਾਨਤ ਰੱਖਦੇ ਆ, ਉਹ ਦਿੱਤਿਆਂ ਹੀ ਸੁੱਖ ਮਿਲਦਾ। ਪਰ ਮਨੁੱਖ ਦਾ ਸੁਭਾਅ ਇਹ ਹੈ ਕਿ ਵਸਤ ਪਰਾਈ ਆਪ ਗਰਭ ਕਰੇ, ਮੂਰਖ ਆਪ ਗਣਾਏ। ਸਾਡੇ ਕੋਲ ਜੋ ਕੁਝ ਹੈ ਤੇ ਬਗਾਨੀਆਂ ਵਸਤੂਆਂ ਨੇ, ਪਰ ਮਨੁੱਖ ਇਹਦਾ ਹੰਕਾਰ ਕਰਦਾ ਹੈ। ਇਹ ਆਪਣੀ ਮੂਰਖਤਾ ਜਣਾ ਰਿਹਾ ਹੈ। ਨਾਨਕ ਬਿਨ ਬੂਝੇ ਕਿਨੇ ਨਾ ਪਾਇਓ, ਫਿਰ ਆਵੇ ਜਾਏ। ਸਤਿਗੁਰੂ ਜੀ ਕਹਿੰਦੇ ਅੱਜ ਤੱਕ ਗੁਰੂ ਕੇ ਗਿਆਨ ਤੋਂ ਬਿਨਾਂ, ਜਦੋਂ ਗੁਰੂ ਦਾ ਗਿਆਨ ਮਿਲਦਾ, ਮਨੁੱਖ ਨੂੰ ਸਮਝ ਪੈਂਦੀ ਹੈ ਨਾ, ਫਿਰ ਪਤਾ ਲੱਗਦਾ ਹੈ ਜ਼ਿੰਦਗੀ ਕੀ ਹੈ। ਇਹ ਤੇ ਮਨੁੱਖ ਆਉਂਦਾ ਜਾਂਦਾ ਰਹਿੰਦਾ, ਭਰਮ ਦਾ ਭਟਕਦਾ ਰਹਿੰਦਾ, ਦੁਖੀ ਰਹਿੰਦਾ। ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਨੇ ਇਸ ਪਵਿੱਤਰ ਸ਼ਲੋਕ ਅੰਦਰ ਸਾਨੂੰ ਇਹ ਗਿਆਨ ਦਿੱਤਾ ਕਿ ਸਾਡੇ ਕੋਲ ਜੋ ਕੁਝ ਵੀ ਹੈ ਇਹ ਪਰਮਾਤਮਾ ਦਾ ਹੈ। ਇਹ ਅਮਾਨਤ ਦੇ ਤੌਰ ਤੇ ਹੈ ਕਿ ਸਾਨੂੰ ਇਸ ਅਮਾਨਤ ਦਾ ਹੰਕਾਰ ਨਹੀਂ ਕਰਨਾ ਚਾਹੀਦਾ। ਸਗੋਂ ਉਹ ਜਦੋਂ ਮੰਗਦਾ ਹੈ ਨਾ, ਉਹਨੂੰ ਹੱਸ ਕੇ ਮੋੜ ਦੇਣਾ ਚਾਹੀਦਾ ਹੈ। ਮੋੜ ਦੇਣ ਵਿੱਚ ਹੀ ਸੁੱਖ ਹੈ, ਆਨੰਦ ਹੈ। ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਮਨੁੱਖ ਦੇ ਕੋਲ ਜੇ ਗੁਰੂ ਦਾ ਸ਼ਬਦ ਵੀ ਹੋਵੇ, ਇਹਨੂੰ ਸੋਝੀ ਹੋ ਜਾਏ, ਪਰ ਗੁਰੂ ਕੇ ਸ਼ਬਦ ਨੂੰ ਇਹ ਜਾਣਦਾ ਨਹੀਂ, ਸਮਝਦਾ ਨਹੀਂ। ਤੇ ਗੁਰੂ ਕੋਲ ਆਏਗਾ ਤਾਂ ਪਤਾ ਲੱਗੇਗਾ ਨਾ। ਗੁਰੂ ਕੋਲ ਜਦੋਂ ਆਉਂਦਾ ਹੈ, ਇਹਦੇ ਅੰਦਰ ਸ਼ਬਦ ਟਿਕਦਾ, ਇਹਨੂੰ ਸੋਝੀ ਹੁੰਦੀ ਹੈ, ਫਿਰ ਪਤਾ ਲੱਗਦਾ ਹੈ ਕਿ ਜ਼ਿੰਦਗੀ ਕੀ ਹੈ। ਸਤਿਗੁਰੂ ਸਾਹਿਬ ਜੀ ਅਗਲੇ ਸ਼ਲੋਕ ਵਿੱਚ ਬਚਨ ਕਰ ਰਹੇ ਨੇ, ਮਨ ਆਨੰਦ ਭਇਆ ਮਿਲਿਆ ਹਰ ਪ੍ਰੀਤਮ, ਸਰਸੇ ਸੱਜਣ ਸੰਤ ਪਿਆਰੇ। ਸਾਹਿਬ ਕਹਿੰਦੇ ਮੇਰੀ ਜ਼ਿੰਦਗੀ ਦੇ ਅੰਦਰ ਆਨੰਦ ਪੈਦਾ ਹੋ ਗਿਆ ਉਦੋਂ ਜਦੋਂ ਮੈਨੂੰ ਹਰੀ ਪ੍ਰੀਤਮ ਮਿਲ ਪਿਆ। ਪ੍ਰੀਤਮ ਮਿਲਣਾ ਪਿਆਰਾ, ਹਰ ਮਿਲਣਾ ਹਰ ਕਿਸੇ ਦਾ ਪਿਆਰਾ, ਹਰ ਥਾਂ ਤੇ ਰਹਿਣ ਵਾਲਾ, ਹਰ ਸੁੱਖ ਦੇਣ ਵਾਲਾ, ਹਰ ਕਿਸੇ ਦਾ ਮਿੱਤਰ, ਉਹ ਸਦਾ ਹਰਾ ਭਰਿਆ ਰਹਿਣ ਵਾਲਾ, ਜਿਹਦੇ ਕਰਕੇ ਜ਼ਿੰਦਗੀ 'ਚ ਹਰਿਆਵਲ, ਉਹਨੂੰ ਹਰੀ ਕਿਹਾ ਜਾਂਦਾ। ਹਰੀ ਦਾ ਅਰਥ ਹਰ ਕਿਸੇ ਦਾ, ਹਰ ਥਾਂ ਤੇ, ਹਰ ਸੁੱਖ ਦੇਣ ਵਾਲਾ, ਜਿਹਦੇ ਕਰਕੇ ਅਸੀਂ ਹਰੇ ਭਰੇ ਹਾਂ। ਉਹ ਪਿਆਰਾ ਵਾਹਿਗੁਰੂ ਪ੍ਰਭੂ ਹਰੀ ਜਿਹੜਾ ਹੈ, ਜਦੋਂ ਮਿਲਿਆ ਜ਼ਿੰਦਗੀ ਦੇ ਅੰਦਰ ਆਨੰਦ ਪੈਦਾ ਹੋ ਗਿਆ। ਸਰਸੇ ਸੱਜਣ ਸੰਤ ਪਿਆਰੇ। ਸਰਸੇ, ਸਰਸੇ ਦਾ ਅਰਥ ਕਿ ਰਸ ਸਮੇਤ ਹੋ ਗਏ। ਰਸ, ਸਰਸ, ਸੰਤ ਸਾਜਨ ਭਏ ਸਰਸੇ। ਸਰਸੇ ਦਾ ਅਰਥ ਰਸ ਸਮੇਤ ਹੋ ਗਏ। ਰੱਬ ਦੇ ਪਿਆਰੇ ਜਿਹੜੇ ਸੱਜਣ ਸੰਤ ਨੇ, ਉਹ ਉਸ ਪਿਆਰੇ ਵਾਹਿਗੁਰੂ ਜੀ ਨੂੰ ਮਿਲ ਕੇ ਐਨ ਰਸ ਦੇ ਨਾਲ ਭਰਪੂਰ ਹੋ ਗਏ, ਖੇੜੇ ਵਿੱਚ ਆ ਗਏ, ਆਨੰਦ ਵਿੱਚ ਆ ਗਏ। ਜੋ ਧੁਰ ਮਿਲੇ ਨਾ ਵਿਛੜੇ ਕਬਹੂ, ਜੇ ਆਪ ਮੇਲੇ ਕਰਤਾਰੇ। ਜਿਨ੍ਹਾਂ ਨੂੰ ਧੁਰੋਂ ਵਾਹਿਗੁਰੂ ਜੀ ਨੇ ਆਪਣੀ ਨਾਲ ਮੇਲ ਲਿਆ ਨਾ, ਬਖਸ਼ਿਸ਼ ਕਰਕੇ, ਉਹ ਕਦੀ ਵਿਛੜਦੇ ਨਹੀਂ ਪਰਮਾਤਮਾ ਨਾਲੋਂ। ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤੇ ਨਾ ਜਾਏ। ਜਿਨ੍ਹਾਂ ਨੂੰ ਪਰਮਾਤਮਾ ਨੇ ਆਪਣੇ ਨਾਲ ਮਿਲਾ ਲਿਆ, ਉਹ ਕਦੀ ਵਿਛੜਦੇ ਨਹੀਂ। ਪਰਮਾਤਮਾ ਨਾਲ ਮਿਲਣ ਦਾ ਅਰਥ ਇਹ ਨਹੀਂ ਹੈ ਕਿ ਪਰਮਾਤਮਾ ਕੋ ਵਿਅਕਤੀ ਹੈ, ਮਿਲੇਗਾ ਤੇ ਵਿਛੜ ਜਾਏਗਾ। ਪਰਮਾਤਮਾ ਇੱਕ ਅਵਸਥਾ ਹੈ। ਜਿਵੇਂ ਪਾਣੀ ਪਾਣੀ 'ਚ ਮਿਲ ਜਾਏ, ਭਿੰਨ ਨਹੀਂ ਕੀਤਾ ਜਾ ਸਕਦਾ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮੰਨਾ। ਮਿਟ ਕੇ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੇ ਸਾਧ ਕਿਰਬਾਨ। ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ।
ਜਿਵੇਂ ਜੋਤ ਜੋਤ ਵਿੱਚ ਸਮਾ ਜਾਏ, ਪਾਣੀ ਪਾਣੀ ਵਿੱਚ ਲੀਨ ਹੋ ਜਾਏ, ਉਹਨੂੰ ਵੱਖਰਿਆਂ ਨਹੀਂ ਕੀਤਾ ਜਾ ਸਕਦਾ। ਮਨੁੱਖ ਦੀ ਸੁਰਤ ਪਰਮਾਤਮਾ 'ਚ ਲਿਵਲੀਨ ਹੋ ਜਾਏ, ਉਹ ਵੱਖਰਾ ਨਹੀਂ ਹੋ ਸਕਦਾ, ਵਿਛੜ ਨਹੀਂ ਸਕਦਾ। ਸਤਿਗੁਰੂ ਸਾਹਿਬ ਜੀ ਕਹਿੰਦੇ ਜੋ ਤੁਰ ਮਿਲੇ ਨਾ ਵਿਛੜੇ ਕਬਹੂ, ਜੇ ਆਪ ਮਿਲੇ ਕਰਤਾਰ। ਵਾਹਿਗੁਰੂ ਜੀ ਨੇ ਜਿਨ੍ਹਾਂ ਨੂੰ ਆਪਣੇ ਨਾਲ ਮੇਲ ਲਿਆ, ਧਰੋਂ ਬਖਸ਼ਿਸ਼ ਕਰ ਦਿੱਤੀ, ਉਹ ਤੇ ਸਦਾ ਹੀ ਹਰ ਵੇਲੇ ਵਾਹਿਗੁਰੂ ਜੀ ਦੇ ਨਾਲ ਮਿਲੇ ਰਹਿੰਦੇ ਨੇ। ਉਹ ਵਾਹਿਗੁਰੂ ਜੀ ਤੋਂ ਕਦੀ ਦੂਰ ਹੀ ਨਹੀਂ ਜਾਂਦੇ। ਨਾਨਕ ਬਿਨ ਬੂਝੈ ਅੰਤਰ ਸ਼ਬਦ ਰਵਿਆ, ਗੁਰ ਪਾਇਆ ਸਗਲੇ ਦੁਖ ਨਿਵਾਰੇ। ਉਹਨਾਂ ਦੇ ਅੰਦਰ ਗੁਰੂ ਦਾ ਸ਼ਬਦ ਵਸ ਜਾਂਦਾ ਹੈ, ਗੁਰੂ ਰਾਹੀਂ ਉਹਨਾਂ ਦੇ ਅੰਦਰ ਸ਼ਬਦ ਵਸ ਜਾਂਦਾ ਹੈ, ਤੇ ਇਸ ਸ਼ਬਦ ਦੀ ਬਰਕਤ ਦੇ ਨਾਲ ਸਗਲੇ ਦੁੱਖ ਨਿਵਾਰੇ, ਉਹਨਾਂ ਦੀ ਜ਼ਿੰਦਗੀ ਤੋਂ ਸਭ ਦੁੱਖ ਨਿਵਰਤ ਹੋ ਜਾਂਦੇ ਨੇ। ਜਦੋਂ ਮਨੁੱਖ ਅੰਦਰੋਂ ਪਰਮਾਤਮਾ ਨਾਲੋਂ ਟੁੱਟਿਆ ਹੁੰਦਾ ਜਾਂ ਆਪਣੇ ਮੂਲ ਨਾਲੋਂ ਟੁੱਟਿਆ ਹੁੰਦਾ, ਜਿਵੇਂ ਆਪਾਂ ਦੇਖਦੇ ਕਿਸੇ ਦਰਖਤ ਦੀਆਂ ਜੜ੍ਹਾਂ ਕੱਟ ਦਿੱਤੀਆਂ ਜਾਣ, ਉਹ ਦਰਖਤ ਕਦੀ ਹਰਿਆ ਨਹੀਂ ਰਹਿ ਸਕਦਾ, ਉਹ ਦਰਖਤ ਸੁੱਕ ਜਾਏਗਾ। ਇਸੇ ਤਰੀਕੇ ਦੇ ਨਾਲ ਜੋ ਮਨੁੱਖ ਹੀ ਆਪਣੇ ਮੂਲ ਨਾਲੋਂ ਟੁੱਟ ਜਾਏ, ਉਹਦੀ ਜ਼ਿੰਦਗੀ 'ਚ ਕਦੀ ਖੁਸ਼ੀ ਕਦੀ ਆਨੰਦ ਆ ਹੀ ਨਹੀਂ ਸਕਦਾ। ਬਾਹਰੀ ਤੌਰ ਤੇ ਉਹਦੇ ਕੋਲ ਭਾਵੇਂ ਸਭ ਕੁਝ ਹੋਵੇ। ਸਤਿਗੁਰੂ ਜੀ ਨੇ ਉਦਾਹਰਣ ਦਿੱਤੀ ਗੁਰਬਾਣੀ 'ਚ, ਖੱਖੜੀਆਂ ਸੁਹਾਵੀਆਂ ਲੱਗੜੀਆਂ ਅਕ ਕੰਠ, ਬਿਰਹਿ ਵਿਛੋੜਾ ਧਣੀ ਸਿਓ ਨਾਨਕ ਸਹਿਸੇ ਗੰਠ। ਕਈ ਵਾਰੀ ਆਪਾਂ ਜਾਈਏ ਨਾ ਕਿਤੇ ਰੱਕੜ ਥਾਵਾਂ ਤੇ, ਸੁੱਕੇ ਥਾਵਾਂ ਤੇ, ਅੱਕ ਦੇ ਬੂਟੇ ਉੱਕੇ ਹੁੰਦੇ ਨੇ। ਅੱਗ ਦੇ ਬੂਟੇ ਨੂੰ ਇੱਕ ਫਲ ਲੱਗਿਆ ਹੁੰਦਾ, ਉਹਨੂੰ ਖੱਖੜੀ ਜਾਂ ਅੰਬਾਕੜੀ ਕਹਿੰਦੇ, ਅੰਬ ਵਰਗਾ ਹੁੰਦਾ। ਉਹ ਜਿੰਨਾ ਚਿਰ ਡਾਲੀ ਨਾਲ ਲੱਗਾ ਰਹੇ ਬੜਾ ਸੋਹਣਾ ਲੱਗਦਾ। ਕਈ ਵਾਰ ਉਹਨੂੰ ਬੱਚੇ ਵੀ ਤੋੜ ਦਿੰਦੇ ਨੇ, ਹੁਣ ਤੇ ਅੱਜ ਕੱਲ੍ਹ ਬੱਚਿਆਂ ਨੇ ਖੇਡਣਾ ਹੀ ਬੰਦ ਕਰ ਦਿੱਤਾ। ਕਈ ਵਾਰ ਉਦਾਂ ਹੀ ਟੁੱਟ ਜਾਂਦਾ, ਉਹ ਟੁੱਟ ਕੇ ਤੇ ਉਹਦੇ ਵਿੱਚੋਂ ਨਿੱਕੇ ਨਿੱਕੇ ਰੂੰ ਦੇ ਤੂੰਬੇ ਨਿਕਲਦੇ ਨੇ, ਰੂੰ ਦੇ ਨਿੱਕੇ ਨਿੱਕੇ ਤੂੰਬੇ ਜੇ ਬਣ ਕੇ ਉੱਡ ਜਾਂਦਾ। ਸਤਿਗੁਰੂ ਜੀ ਕਹਿੰਦੇ ਜਿੰਨਾ ਚਿਰ ਉਹ ਡਾਲੀ ਨਾਲ ਲੱਗਾ ਰਿਹਾ ਉਹ ਬੜਾ ਸੋਹਣਾ ਸੀ, ਜਦੋਂ ਡਾਲੀ ਨਾਲੋਂ ਟੁੱਟਿਆ ਹਜ਼ਾਰਾਂ ਹੀ ਰੂੰ ਦੇ ਨਿੱਕੇ ਨਿੱਕੇ ਤੂੰਬੇ ਬਣੇ ਤੇ ਉੱਡ ਗਿਆ, ਖਤਮ ਹੋ ਗਿਆ। ਮਨੁੱਖ ਜਿੰਨਾ ਚਿਰ ਪਰਮਾਤਮਾ ਨਾਲ ਜੁੜਿਆ ਰਹੇ ਮਨ ਕਰਕੇ, ਉਹਨਾਂ ਚਿਰ ਜ਼ਿੰਦਗੀ 'ਚ ਆਨੰਦ 'ਚ ਰਹਿੰਦਾ, ਚਾਹੋ 'ਚ ਰਹਿੰਦਾ, ਸੋਹਣਾ ਰਹਿੰਦਾ। ਜਦੋਂ ਪਰਮਾਤਮਾ ਨਾਲੋਂ ਟੁੱਟਦਾ ਹੈ ਉਦੋਂ ਦੁੱਖਾਂ ਦੀ ਗੱਲ ਸ਼ੁਰੂ ਹੁੰਦੀ ਹੈ। ਸਤਿਗੁਰੂ ਜੀ ਨੇ ਇੱਕ ਹੋਰ ਉਦਾਹਰਣ ਦਿੱਤੀ ਹੈ ਗੁਰਬਾਣੀ ਅੰਦਰ। ਇੱਕ ਸਰੋਵਰ ਦੀ ਚਰਚਾ ਕਰਦੇ ਹਾਂ ਜਿਹਦੇ 'ਚ ਪਾਣੀ ਹੈ, ਸੋਹਣੇ ਫੁੱਲ ਉੱਗੇ ਨੇ, ਕਮਲ ਦੇ ਫੁੱਲ ਨੇ। ਕੁਝ ਚਿਰ ਬਾਅਦ ਸਤਿਗੁਰੂ ਜੀ ਦੇਖਦੇ ਸਰੋਵਰ ਸੁੱਕਿਆ ਪਿਆ, ਕੋਈ ਉੱਥੇ ਹਰਿਆਵਲ ਨਹੀਂ, ਕੋਈ ਸੁੰਦਰਤਾ ਨਹੀਂ, ਕੋਈ ਸੈਲਾਨੀ ਨਹੀਂ, ਕੋਈ ਪੰਛੀਆਂ ਦੀ ਚਹਿਚਹਾਟ ਨਹੀਂ। ਤੇ ਸਤਿਗੁਰੂ ਜੀ ਕਹਿੰਦੇ ਪੱਬਰ ਤੂੰ ਹਰਿਆਵਲਾ ਕਵਲਾ ਕੰਚਨਵਨ। ਉਹ ਭਾਈ ਸਰੋਵਰ ਤੇਰੇ ਵਿੱਚ ਬੜੇ ਸੋਹਣੇ ਕਵਲ ਸਨ, ਸੋਹਣਾ ਤੇਰਾ ਸੋਨੇ ਰੰਗਾ ਸਰੀਰ ਸੀ, ਤੂੰ ਹਰਿਆ ਭਰਿਆ ਸਾਂ, ਪਰ ਕਹਿ ਦੋਖੜੇ ਸੜੇ ਹੋਏ, ਕਾਲੀ ਹੋਈ ਹੈ ਦੇਹਰੀ। ਉਹ ਤੇਰਾ ਸਰੀਰ ਹੀ ਕਾਲਾ ਹੋ ਗਿਆ, ਤੂੰ ਕਿਵੇਂ ਸੜ ਗਿਆ, ਤੇਰੇ 'ਚ ਕੀ ਔਗਣ ਆ ਗਿਆ, ਕੀ ਦੁੱਖ ਆ ਗਿਆ, ਤੂੰ ਸੜ ਗਿਆ। ਤੇ ਅੱਗੋਂ ਸਰੋਵਰ ਕਹਿੰਦਾ ਨਾਨਕ ਮੈਂ ਤਨ ਭੰਗ, ਨਾਨਕ ਜੀ ਮੇਰੇ ਸਰੀਰ ਵਿੱਚ ਕੋਈ ਭੰਗ ਪੈ ਗਿਆ, ਭੰਗਣ ਪੈ ਗਈ। ਉਹ ਭੰਗਣ ਕੀ ਜਾਣਾ ਪਾਣੀ ਨਾ ਨਹਾ, ਜੈ ਸੇਤੀ ਮੇਰਾ ਸੰਗ। ਮੈਨੂੰ ਪਤਾ ਹੈ ਕਿ ਜਿਸ ਸਮੇਂ ਤੋਂ ਮੈਨੂੰ ਪਾਣੀ ਮਿਲਦਾ ਸੀ ਉਹ ਪਾਣੀ ਹੁਣ ਮਿਲਦਾ ਨਹੀਂ ਹੈ, ਤੇ ਉਸ ਪਾਣੀ ਕਰਕੇ ਜਿੱਤ ਜਿੱਥੇ ਤਨ ਪਰ ਫੜੇ ਚੜੇ ਚੌਗੁਣ ਮਨ। ਜਿਸ ਪਾਣੀ ਨੂੰ ਦੇਖ ਕੇ ਹੀ ਮੈਨੂੰ ਚਾਉ ਚੜ ਜਾਂਦਾ ਸੀ, ਮੇਰਾ ਸਰੀਰ ਖਿੜਦਾ ਸੀ, ਉਹ ਪਾਣੀ ਨਾਲੋਂ ਮੇਰਾ ਲਿੰਕ ਟੁੱਟ ਗਿਆ। ਜਦੋਂ ਮਨੁੱਖ ਦਾ ਲਿੰਕ ਪਰਮਾਤਮਾ ਨਾਲੋਂ ਟੁੱਟ ਜਾਏ, ਮਨੁੱਖ ਦੇ ਅੰਦਰ ਦੀ ਖੁਸ਼ੀ ਖੇੜਾ ਚਾਉ ਖਤਮ ਹੋ ਜਾਂਦੀ। ਸਤਿਗੁਰੂ ਜੀ ਕਹਿੰਦੇ ਜਦੋਂ ਪਰਮਾਤਮਾ ਦੇ ਪਿਆਰ ਜੁੜਦਾ ਹੈ ਬੰਦਾ, ਉਦੋਂ ਸਗਲੇ ਦੁੱਖ ਨਿਵਾਰੇ, ਸਾਰੇ ਦੁੱਖ ਮਿਟ ਜਾਂਦੇ ਨੇ। ਜਿਵੇਂ ਬਨਸਪਤੀ ਨੂੰ ਪਾਣੀ ਮਿਲੇ ਹਰੀ ਭਰੀ ਰਹਿੰਦੀ ਹੈ। ਗੁਰਬਾਣੀ 'ਚ ਬੜੀਆਂ ਉਦਾਹਰਨਾਂ ਦਿੱਤੀਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ। ਬੱਚਾ ਰੋ ਰਿਹਾ ਹੈ ਨਾ, ਬੱਚੇ ਨੂੰ ਮਾਂ ਚੁੱਕ ਕੇ ਦੁੱਧ ਪਿਆ ਦੇਵੇ, ਝੱਟ ਖੁਸ਼ ਹੋ ਜਾਂਦਾ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਜਦੋਂ ਜਿਨ੍ਹਾਂ ਦੇ ਅੰਦਰ ਗੁਰੂ ਦਾ ਸ਼ਬਦ ਵਸ ਗਿਆ, ਗੁਰੂ ਰਾਹੀਂ ਜਿਨ੍ਹਾਂ ਤੇ ਬਖਸ਼ਿਸ਼ ਹੋ ਗਈ, ਉਹਨਾਂ ਦੀ ਜ਼ਿੰਦਗੀ ਦਾ ਦੁੱਖ ਰੋਗ ਸੰਤਾਪ ਉਤਰੇ। ਸੁਣੀ ਸੱਚੀ ਬਾਣੀ, ਦੁੱਖ ਰੋਗ ਸੰਤਾਪ ਸਾਰੇ ਖਤਮ ਹੋ ਗਏ ਜਿਨ੍ਹਾਂ ਦੇ ਅੰਦਰ ਗੁਰੂ ਦਾ ਸ਼ਬਦ ਵਸ ਗਿਆ।
हर सुख दाता सदा सलाहे, अंतर रखा उर धारे। साहब कहते वो वाहिगुरु ही सुखां दा दाता है। गुरबाणी च बार बार सानू साडे सतगुरु जी ने क्या बंदिया तू सुख चाहुंदा फिर सब सुख दाता राम है, दूसरे नाहिन कोई। सारे सुख देने वाला परमात्मा है, होर कोई नहीं है। जो सुख को चाहे सदा शरण राम की ले। भाई जे तू सदा सुख चाहुंदा है ते परमात्मा दी शरण लै। परमात्मा तो बिना होर कितों सुख नहीं मिलना। हर को नाम सदा सुखदाई, जां को सिमर अजामल उदरियो गनका हूं गत पाई। सतगुरु जी कहते वाहिगुरु जी का नाम ही सदा सुख देने वाला है। सतगुरु जी ने पूर्वले समय चो बड़ियां उदाहरण दे के सानू समझाया, पुराणक ग्रंथां चो उदाहरण दे के समझाया। अजामल दी, गनका दी, ध्रुव दी, होर उदाहरण दे के, द्रौपदी दी, कि जिन्हां ने परमात्मा का आसरा लिया उन्हां दे सारे दुख मिट गए। पंचाली को राज सभा में राम नाम सुध आई, ता को दुख हरियो करुणापत अपनी पैज बढ़ाई। पंचाली मिहनत द्रौपदी ते जदों विपता आई उन्होंने परमात्मा की सुध आई, परमात्मा ने उहदे दुख दिलदर दूर कर दिते, कष्ट उहदा दूर कर दिता। सतगुरु साहिब जी कहते भाई जिन्हां दे अंदर गुरु का शब्द टिक गया उन्हां दे सगले दुख निवारे। हर सुख दाता सदा सलाही, अंतर रखा उर धारे। वो वाहिगुरु जी ही सुखां दा दाता है ते मैं हर वेले उस वाहिगुरु जी दी ही सिफत सलाह करदा हां। अपने अंदर उस परमात्मा नूं मैं टिका के रखदा हां, वसा के रखदा हां। मनमुख तिन की बखीली के करे, जे सच्चे शब्द सवारे। सतगुरु जी कहते कि मन की मत मगर चलने वाला प्राणी जिहड़ा है वो वाहिगुरु जी के प्यारियां दी की बखीली कर सकता है। जिन्हां नूं वाहिगुरु जी ने शब्द दे राहीं सवार दिता है, श्रृंगार दिता है जिन्हां दी जिंदगी नूं, मनमुख उन्हां दी बखीली निंदिया की कर सकता है जां उन्हां दी विरोधता की कर सकता है। भाव जो सुख आनंद गुरु के शब्द राहीं उन्होंने मिले है दी बराबरता को होर नहीं कर सकता। उन्हां दी आप पत रखसी मेरा प्यारा, शरणागत पे गुरुद्वारे। वाहिगुरु अपने प्यारियां दी इज्जत आप रखदा है। समय समय ते असीं देखदे हां बेअंत रब दे प्यारे होए जिन्हां नूं रब ने मान दिता, वडियाई दिती, ते उन्हां दी विरोधता करन वाले भी बेअंत होए ने। गुरबाणी च बड़ियां उदाहरण दित्तियां। हर जुग जुग भगत उपाया, पैज रखदा आया राम राजे। हरणाख दुष्ट हर मारिया, प्रहलाद तराया। अहंकारियां निंदकां पिठ दे, नाम दियो मुख लाया। सतगुरु जी कहते कि वाहिगुरु जी ने अहंकारियां नूं पछाड़िया, अपने प्यारियां नूं वडियाई दिती। जिन्हां दे अंदर गुरु का शब्द वस गया भाई उन्हां दी कोई निंदा करके की मिल जाएगा किसी नूं, उन्हां दी चुगली करके की मिल जाएगा किसी नूं, क्योंकि उन्हां दी इज्जत आप परमात्मा रखदा है। वो परमात्मा की शरण विच पए रहिंदे ने। नानक गुरमुख से सुहेले पए, मुख उज्जल दरबारे। धन गुरु अमरदास जी कहते कि जिहड़े गुरमुख भाव गुरु की मत नाल जुड़ गए, वाहिगुरु जी के प्यार जुड़ गए, वो सदा लई सुहेले हो गए, सुखी हो गए। उन्हां दे मुख ऐस दुनिया च भी परलोक भी उज्जल हो गए। सतगुरु साहिब जी कहते ने कि उन्हां दे अंदर जिन्हां नूं प्रीतम मिल जाता है, आनंद पैदा होंदा है। परमात्मा नूं मिल के संत सज्जन जिहड़े ने वो प्रसन्न हुंदे ने। जिहड़े धुरों विछड़े सन उन्हां नूं परमात्मा ने आप कृपा करके मिल लिया, उन्हां दे अंदर गुरु का शब्द वस गया, गुरु के शब्द राहीं उन्हां दे दुख दलिद्र निवृत्त हो गए। तो फिर सदा उस वाहिगुरु जी की सिफत सलाह करते हैं। मन की मत मगर चलने वाला प्राणी उन्हां दी विरोधता जरूर करता है, पर उन्हां नूं नीवियां नहीं दर्शा सकता, क्योंकि उन्हां दी इज्जत परमात्मा रखता है। सतगुरु जी ने कहा जिहड़े अजिहे रब दे प्यारे ने वो सदा सुहेले दा अर्थ सुखी रहंदे ने। जै जाइए तहां सुहेले,
कर किरपा प्रभ मेले, वो जिथे भी चले जाण उत्थे सुखी रहिंदे ने। सुखां दा साधन उन्हां दे कोल हुंदा है परमात्मा दा प्यार। हर के दास सुहेले भाई, जन्म जन्म के किल विख दुख काटे। सतगुरु जी कहंदे कि रब दे प्यारे सदा सुहेले रहिंदे ने, उन्हां दे जन्म जन्मांतरां दे दुख मिट जांदे ने। जिथे सतगुरु सच्चे पातशाह जी ने अपने इस पवित्र श्लोक राहीं सानू रब्बी प्यारियां दी गल दसदियां कि उन्हां ते वाहिगुरू जी दी बख्शिश जांदी, वो सदा सुहेले रहिंदे ने। उन्हां ने गुरु रामदास जी पवित्र पौड़ी राहीं जो ज्ञान दे रहे ने। पौड़ी स्त्री पुरखै बहु प्रीत मिल मोह वधाया। सतगुरु जी कहंदे दुनियावी तौर ते समाजिक तौर ते असीं देखदे हां रहिंदे ने, बड़ा प्यार हुंदा है। प्यार होना तो चंगी गल है, पर प्यार सहजे सहजे मोह बन जाता है। गुरबाणी कहंदी प्यार होना चाहिए परिवार दे विच, पर यह परिवार मोह नहीं बनना चाहिए। मोह ते प्यार विच की अंतर है? मोह अजिही चीज है कि बंदा मोह विच पै के फिर लोकां नूं दुखी करके आप सुखी होना चाहुंदा है, अपने सुखां दी खातर लोकां दे सुख बर्बाद करने शुरू कर दिंदा है, अपनी खुशी की खातर लोगों दी खुशियां बर्बाद करनियां शुरू कर दिंदा है। मोह नूं अन्ना खूह किया है। जिवें खूह दे विच बंदा डिग जाए, उन्होंने अपने तो बिना कुछ पता नहीं हुंदा, इवें जिहड़ा बंदा मोह विच पै जाए वो सिर्फ अपने ही सोचदा है, परिवार दा ही सोचदा है, अपने परिवार की खातर होर लोगों के परिवार बर्बाद करन ते भी आ जांदा है। सो सतगुरु जी कहंदे स्त्री पुरखे बहु मोह प्रीत मिल मोह वधाया। स्त्री पुरख का प्यार है, चंगी गल है, होना चाहिए, पर यह प्यार जिहड़ा है ना उदों बाद अंदर मोह पैदा हो जाता है। पुत्र कलत्र नित वेखै बिकसै मोह माया। फिर की करते इंसान अपने पुत्रां नूं धीआं नूं या मनुख स्त्री नूं देख के बड़ा प्रसन्न हुंदा है, और लेकिन ये कुछ दे बावजूद फिर वो माया दे मोह विच खचत हो जाता है। फिर देश प्रदेश धन चुराए आन मुंह पाया। वो इन्ना को मोह आ जाता है कि मनुख फिर ना दिन रात मेहनत करता है, देशा प्रदेशों फिरदा है। मेहनत करना भी मनुख का अधिकार है, जरूरी है, किरत करना मनुख लिए जरूरी है, पर मनुख फिर देशा प्रदेशों जाके ना धन चुराए। चुराए का अर्थ हुंदा है चोरी करना, बेईमानी करनी, ठगी करनी। गुरबाणी ने सानू गृहस्थ विच रहण दी गल कही है, घर परिवार विच प्यार नाल रहण दी गल कही है, किरत करन दी भी प्रेरणा कीती है। पर एक घर परिवार च रहिंदे आ प्यार च ते आपां रहीए, पर मोह विच ना रहीए। मोह दा अर्थ हुंदा है कि अपने बच्चियां तो बिना होर कुछ नज़र ही ना आउणा, अपनियां दी खातर लोगों के घर बर्बाद कर देण। मोह दे विच मनुख खिंचदा ही है, लैना ही जानदा है, किसी नूं देना नहीं जानदा। और मनुख जिथे अपने परिवार की खातर लोगों के नाल इहो जिहे काम करदा है ना, भाव लोगों नाल हेराफेरी करता है, ठगी ठोरी करता है, अजिहे पैसे दे आउण दे नाल घर च भी वो प्यार नहीं रहिंदा, कल कलेश होना शुरू हो जाता है। वो फिर घरदियां नाल भी हेराफेरियां करता है। सतगुरु साहब जी कहते कि देशा प्रदेशों विचों लिया के धन चुरा के आन मूँह पाया, लिया के घर च मित्रां जां अपने परिवार के मूँह च पाउंदे। बाबा कबीर साहब जी का एक पवित्र बचन है, बहु प्रपंच कर पर धन लियावै, सुत दारा पै आन लुटावै, मन मेरे भूले कपट न कीजै, अंत निबेरा तेरै जी पै लीजै। सतगुरु जी कहते बंदा बड़े प्रपंच करदा है। किरत करना मनुख का अधिकार है, मेहनत करना मनुख का अधिकार है। वो भावें कोई कारोबार करे, कोई व्यापार करे, दुकान करे। सतगुरु जी ने भी किया सब कुछ। गुरु नानक साहब जी ने खेती भी की, सतगुरु जी ने दुकान भी की, सतगुरु जी ने व्यापार भी किया, नौकरी भी की। सतगुरु जी किरती सन और किरतियां नूं माण दिता। किरत करदियां जो वाहिगुरु बख्शदा है उहदे च आनंद है, पर जदों वो मोह बन जाता है, मोह विच बंदा बड़े प्रपंच करदा है, ठगियां करदा है, अनेक तरह दीयां हेरा फेरियां चलाकियां करदा है,
सतगुरु जी कहते बहु प्रपंच कर पर धन लियावे, सुत दारा पै आन लुटावे। ਉਹਨੂੰ ਆਪਣੇ ਪਰਿਵਾਰ ਚ ਲਿਆ ਕੇ ਲੁਟਾ ਦਿੰਦਾ ਧਨ ਦੌਲਤ ਨੂੰ। ਸਤਿਗੁਰੂ ਜੀ ਕਹਿੰਦੇ ਕਿਰਤ ਕਰ ਪਰ ਕਪਟ ਨਾ ਕਰ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ ਜੀ ਪੈ ਲੀਜੇ। ਭਲਿਆ ਭੁੱਲ ਕੇ ਵੀ ਕਪਟ ਨਾ ਕਰੀ, ਕਿਉਂਕਿ ਜੋ ਕੁਝ ਤੂੰ ਕਰਦਾ ਹੈ ਨਾ ਇਹਦਾ ਲੇਖਾ ਜੋਖਾ ਵੀ ਤੈਨੂੰ ਦੇਣਾ ਪੈਣਾ। ਜਿਹਾ ਬੀਜੇ ਸੋਲਣੇ ਕਰਮਾ ਸੰਦੜਾ ਖੇਤ। ਅੱਜ ਕਪਟ ਕਰਕੇ ਅਸੀਂ ਲੈਵਾਂਗੇ ਨਾ ਤੇ ਉਹ ਧਨ ਕਦੀ ਸਾਨੂੰ ਸੁਖ ਨਹੀਂ ਦੇ ਸਕੇਗਾ, ਸਾਡੇ ਘਰ 'ਚ ਖੁਸ਼ੀ ਨਹੀਂ ਪੈਦਾ ਕਰ ਸਕੇਗਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੁੰਦਾ ਕੀ ਹੈ, ਅੰਤ ਹੋਵੇ ਵੈਰ ਵਿਰੋਧ, ਕੋ ਸਕੇ ਨਾ ਛੁਡਾਇਆ। ਉਹ ਜਿਹੜਾ ਬੇਈਮਾਨੀ ਨਾਲ ਇਕੱਤਰ ਕੀਤਾ ਹੋਇਆ ਧਨ ਹੈ ਨਾ, ਉਹਦੇ ਨਾਲ ਘਰ 'ਚ ਫਿਰ ਵੈਰ ਵਿਰੋਧ ਖੜੇ ਹੋ ਜਾਂਦੇ ਨੇ। ਸਤਿਗੁਰੂ ਜੀ ਕਹਿੰਦੇ ਉਹ ਅਨੇਕ ਤਰ੍ਹਾਂ ਦੇ ਜਿਹੜੇ ਔਗਣ ਫਿਰ ਪੈਦਾ ਹੁੰਦੇ ਨਾ ਸਰੀਰ ਵਿੱਚ। ਪ੍ਰਪੰਚ ਕਰਕੇ ਜਿਹੜਾ ਅਸੀਂ ਧਨ ਲਿਆਉਂਦੇ ਆ, ਸਤਿਗੁਰੂ ਜੀ ਕਹਿੰਦੇ ਉਹਦੇ ਵਿੱਚੋਂ ਜੋ ਬੁਰਾਈਆਂ ਪੈਦਾ ਹੁੰਦੀਆਂ ਨੇ, ਵੈਰ ਵਿਰੋਧ ਪੈਦਾ ਹੁੰਦੇ, ਉਹਦੇ ਤੋਂ ਕੋਈ ਬਚਾ ਨਹੀਂ ਸਕਦਾ, ਉਹਦਾ ਕੋਈ ਹੱਲ ਨਹੀਂ ਹੈ ਫਿਰ। ਕਿਉਂਕਿ ਮਨੁੱਖ ਨੇ ਕਰਮ ਹੀ ਇਹੋ ਜਿਹੇ ਕੀਤੇ ਨੇ, ਮਨੁੱਖ ਨੇ ਕਿਰਤ ਹੀ ਇਹੋ ਜਿਹੀ ਕੀਤੀ ਹੈ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਜਿੱਥੇ ਕਿਰਤ ਕਰਨ ਦੀ ਗੱਲ ਕੀਤੀ, ਉੱਥੇ ਸੱਚੀ ਸੁੱਚੀ ਕਿਰਤ ਕਰਨ ਵਾਲਿਆਂ ਨੂੰ ਵਡਿਆਇਆ ਬੜਾ ਸਤਿਗੁਰੂ ਸੱਚੇ ਪਾਤਸ਼ਾਹ ਨੇ। ਭਾਈ ਲਾਲੋ ਜੀ ਦੀ ਕਿੰਨੀ ਵੱਡੀ ਵਡਿਆਈ ਸਤਿਗੁਰੂ ਜੀ ਨੇ ਬਣਾ ਦਿੱਤੀ ਇੱਕ ਕਿਰਤ ਕਰਕੇ। ਭਾਈ ਲਾਲੋ ਜੀ ਇਹ ਨਹੀਂ ਕਿ ਉਹ ਵਿਹਲਾ ਬੈਠ ਕੇ ਕੁਮਾੜਾ ਫੇਰਦਾ ਸੀ ਜਾਂ ਵੱਖਰਾ ਬੈਠਾ ਹੋਇਆ ਸੀ। ਭਾਈ ਲਾਲੋ ਜੀ ਸੱਚੀ ਸੁੱਚੀ ਕਿਰਤ ਕਰਦੇ ਸਨ। ਇੱਕ ਬੰਨੇ ਸਰਮਾਏਦਾਰ ਹੈ ਮਲਕ ਭਾਗੋ, ਜਿਹਦਾ ਇਲਾਕੇ ਵਿੱਚ ਬੜਾ ਦਬਦਬਾ ਹੈ, ਤੇ ਭਾਈ ਲਾਲੋ ਨੂੰ ਤੇ ਗਰੀਬ ਜਿਹਾ ਹੀ ਜਾਣਦਾ ਸੀ, ਸਗੋਂ ਸੂਦਰ ਕਹਿੰਦੇ ਸਨ ਭਾਈ ਲਾਲੋ ਨੂੰ, ਇਹ ਨੀਚ ਜਾਤ ਦਾ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਦੀ ਸੱਚੀ ਸੁੱਚੀ ਕਿਰਤ ਕਰਕੇ ਕਿੰਨੀ ਵੱਡੀ ਵਡਿਆਈ ਦਿੱਤੀ। ਭਰੇ ਸਮਾਜ ਵਿੱਚ ਭਾਈ ਲਾਲੋ ਦੀ ਕੀਰਤੀ ਕੀਤੀ ਕਿ ਲਾਲੋ ਦੀ ਕਿਰਤ ਦੁੱਧ ਵਰਗੀ ਪਵਿੱਤਰ ਹੈ। ਇਹਦੇ ਘਰੋਂ ਭੋਜਨ ਖਾਣ ਦੇ ਨਾਲ ਮਨੁੱਖ ਦੀ ਮਤ ਉਜਲ ਹੁੰਦੀ ਹੈ। ਪਰ ਮਲਕ ਭਾਗੋ ਤੇਰੇ ਵਰਗਿਆਂ ਦੇ ਮਾਲ ਪੂੜੇ ਜਿਨ੍ਹਾਂ 'ਚ ਗਰੀਬਾਂ ਦਾ ਖੂਨ ਹੈ, ਇਹ ਕੁਝ ਖਾਣ ਦੇ ਨਾਲ ਮਤ ਭ੍ਰਿਸ਼ਟ ਹੋ ਜਾਂਦੀ ਹੈ। ਜਦੋਂ ਮਨੁੱਖ ਦੀ ਮਤ ਮਾਰੀ ਜਾਏ ਨਾ, ਕੋਈ ਦੁੱਖਾਂ ਤੋਂ ਨਹੀਂ ਬਚਾ ਸਕਦਾ। ਸਿਆਣੇ ਕਹਿੰਦੇ ਕਿ ਰੱਬ ਲੱਤ ਨਹੀਂ ਮਾਰਦਾ ਤੇ ਮਤ ਹੀ ਮਾਰਦਾ। ਵੈਸੇ ਰੱਬ ਮਤ ਕਾਹਨੂੰ ਮਾਰਦਾ ਕਿਸੇ ਦੀ? ਰੱਬ ਨੇ ਤੇ ਸਾਡੇ ਭਲੇ ਲਈ ਸਭ ਕੁਝ ਦਿੱਤਾ ਹੈ। ਸਾਡੀ ਮਤ ਏਦਾਂ ਮਾਰੀ ਜਾਂਦੀ ਹੈ ਕਿਉਂਕਿ ਜੋ ਅਸੀਂ ਕਿਰਤ ਕਰਦੇ ਨਾ, ਅਸੀਂ ਸੋਚਦੇ ਹਾਂ ਕਿ ਸੋਧ ਇਹ ਜਿਹੜਾ ਪੈਸਾ ਨਾ ਸਿਰਫ ਕੰਮ ਜਿਹੜਾ ਸਿਰਫ ਪੈਸੇ ਕਮਾਉਣ ਲਈ ਹੈ, ਕੰਮ ਸਿਰਫ ਪੈਸੇ ਕਮਾਉਣ ਲਈ, ਇਹੀ ਅਸੀਂ ਸੋਚ ਲਿਆ। ਫਿਰ ਅਸੀਂ ਸੋਚਦੇ ਕਿ ਕੰਮ ਉਹ ਹੋਣਾ ਚਾਹੀਦਾ ਜਿਸ 'ਚੋਂ ਬਹੁਤੇ ਪੈਸੇ ਆਉਣ, ਜਿਹਦੇ 'ਚੋਂ ਜਲਦੀ ਜਲਦੀ ਅਸੀਂ ਅਮੀਰ ਬਣ ਜਾਈਏ। ਫਿਰ ਅਸੀਂ ਕੰਮ ਉਹ ਲੱਭਦੇ ਜਿਸ 'ਚੋਂ ਬਹੁਤੇ ਪੈਸੇ ਹੋਣ। ਫਿਰ ਜਦੋਂ ਅਸੀਂ ਸੋਚਿਆ ਕੰਮ ਪੈਸੇ ਲਈ ਹੈ, ਤੇ ਮਨੁੱਖ ਸੋਚਦਾ ਪੈਸੇ ਹੀ ਚਾਹੀਦੇ, ਝੂਠ ਹੀ ਬੋਲ ਲਓ, ਕਿਉਂਕਿ ਜ਼ਿੰਦਗੀ ਪੈਸੇ ਲਈ ਹੈ। ਜੇ ਝੂਠ ਬੋਲ ਲਓ, ਬੇਈਮਾਨੀ ਕਰ ਲਓ, ਬਸ ਜਦੋਂ ਅਸੀਂ ਸੋਚ ਲਿਆ ਕਿ ਪੈਸੇ ਲਈ ਹੈ ਇਹ ਸਭ ਕੁਝ, ਫਿਰ ਮਨੁੱਖ ਪੈਸੇ ਦੀ ਖਾਤਰ ਕੁਝ ਵੀ ਕਰਨ ਲਈ ਤਿਆਰ ਹੋ ਜਾਂਦਾ ਹੈ। ਗੱਲ ਦੁੱਖਾਂ ਦੀ ਹੋ ਗਈ। ਕੰਮ ਸਿਰਫ ਪੈਸੇ ਲਈ ਨਹੀਂ ਹੈ। ਕੰਮ ਕਰਨ ਦੇ ਨਾਲ ਮਨੁੱਖ ਦੇ ਅੰਦਰ ਇੱਕ ਕਿਰਦਾਰ ਪੈਦਾ ਹੁੰਦਾ ਹੈ, ਇੱਕ ਕਰੈਕਟਰ ਬਣਦਾ ਹੈ। ਕੰਮ ਕਰਨ ਵਾਲਾ ਮਨੁੱਖ ਮਿਹਨਤੀ ਹੋਏਗਾ, ਕੰਮ ਕਰਨ ਵਾਲਾ ਮਨੁੱਖ ਸਰੀਰਕ ਤੌਰ ਤੇ ਤੰਦਰੁਸਤ ਹੋਏਗਾ। ਆਪਾਂ ਦੇਖਦੇ ਹਾਂ ਆ ਸਵੇਰੇ ਸਵੇਰੇ ਜਿਮ 'ਚ ਰੌਣਕ ਲੱਗੀ ਹੁੰਦੀ ਹੈ, ਬੱਚੀਆਂ ਵੀ ਬੱਚੇ ਵੀ ਜਾਂਦੇ ਨੇ ਸਵੇਰੇ ਸਵੇਰੇ। ਚਲੋ ਅੱਜ ਦਾ ਕੰਮ ਦਾ ਸਿਸਟਮ ਹੀ ਇਹੋ ਜਿਹਾ ਹੋ ਗਿਆ, ਦਿਮਾਗੀ ਕੰਮ ਬਹੁਤ ਹੈ, ਫਿਜ਼ੀਕਲ ਘੱਟ ਹੈ। ਹੁਣ ਜਿਹੜਾ ਬੰਦਾ ਦਿਨੇ ਹੱਡ ਭੰਨਵੀਂ ਕਿਰਤ ਕਰਦਾ, ਉਹਨੂੰ ਕੋਈ ਜਿਮ ਜਾਣ ਦੀ ਲੋੜ ਹੈ? ਉਹ ਤੇ ਉਦਾਂ ਹੀ ਤੰਦਰੁਸਤ ਹੈ, ਉਹ ਤੇ ਉਦਾਂ ਹੀ ਉਹਨੂੰ ਪਸੀਨਾ ਆਈ ਜਾਂਦਾ ਹੈ। ਇੱਕ ਬੰਦਾ ਸਾਈਕਲ ਚਲਾ ਕੇ ਚੱਲਦਾ, ਉਦਾਂ ਹੀ ਤੰਦਰੁਸਤ ਹੈ। ਤੇ ਅਸੀਂ ਕਿਉਂਕਿ ਸਾਡੇ ਕੋਲ ਟਾਈਮ ਨਹੀਂ, ਘਰਾਂ 'ਚ ਖਰੀਦ ਕੇ ਸਾਈਕਲ ਰੱਖੇ ਕਿ ਚਲਾ ਲਈਏ, ਘਰ 'ਚ ਘੜੀ ਸਾਨੂੰ ਪਸੀਨਾ ਆ ਜਾਏ। ਇਹਦਾ ਮਤਲਬ ਕਿ ਕਿਰਤ ਕਿੰਨੀ ਪਵਿੱਤਰ ਹੈ। ਕਿਰਤ ਕਰਨ ਦੇ ਨਾਲ ਕੁਦਰਤੀ ਸਾਨੂੰ ਤੰਦਰੁਸਤੀ ਮਿਲਦੀ ਹੈ। ਕਿਰਤ ਕਰਨ ਦੇ ਨਾਲ ਮਨੁੱਖ ਦੇ ਅੰਦਰ ਸਵੈਮਾਨ ਹੁੰਦਾ, ਸੈਲਫ ਰਿਸਪੈਕਟ ਪੈਦਾ ਹੁੰਦੀ ਹੈ। ਕਿਰਤ ਕਰਨ ਦੇ ਨਾਲ ਪੈਸਾ ਵੀ ਆਏਗਾ। ਕਿਰਤ ਕਰਨ ਦੇ ਨਾਲ ਮਨੁੱਖ ਦੇ ਅੰਦਰ ਇੱਕ ਦ੍ਰਿੜਤਾ ਹੁੰਦੀ, ਉਦਾਰ ਦਿਲੀ ਹੁੰਦੀ। ਜਿੰਨਾ ਕਿਰਤੀ ਉਦਾਰ ਹੋਵੇਗਾ ਨਾ, ਕਿਰਤੀ, ਉਹਨਾਂ ਹੋਰ ਕੋਈ ਨਹੀਂ ਹੋ ਸਕਦਾ। ਇੱਕ ਗੱਲ ਚੇਤੇ ਰੱਖਣਾ, ਇਹ ਕਿਰਤੀਆਂ ਦੀ ਵਡਿਆਈ ਹੈ। ਉਹਨਾਂ ਨੇ ਏਡੀ ਵੱਡੀ ਗੌਰਮੈਂਟ ਤੋਂ ਮੋਰਚਾ 1 ਸਾਲ ਲਾ ਕੇ ਜਿੱਤ ਲਿਆ। ਠੰਡ 'ਚ ਬੈਠੇ ਰਹੇ, ਗਰਮੀ 'ਚ ਬੈਠੇ ਰਹੇ, ਵਰਖਾ 'ਚ ਬੈਠੇ ਰਹੇ।
ਉਹਨਾਂ ਨੂੰ ਸਿਰ ਵੀ ਪਾੜੇ ਗਏ, ਉਹਨਾਂ ਦੀਆਂ ਪੱਗਾਂ ਲਾਹੀਆਂ ਗਈਆਂ। ਕਿੰਨੇ ਕੁ ਕਮੀਨੀਆਂ ਹਰਕਤਾਂ ਕੀਤੀਆਂ ਇਸ ਸਮਾਜ ਨੇ, ਇਸ ਦੁਸ਼ਟ ਗੌਰਮੈਂਟ ਨੇ, ਗਿਣੀਆਂ ਨਹੀਂ ਜਾ ਸਕਦੀਆਂ। ਕਿੰਨੀਆਂ ਕਿੰਨੇ ਗੰਦੀਆਂ ਹਰਕਤਾਂ ਕੀਤੀਆਂ। ਲੇਕਿਨ ਸਿਰਫ ਜੇ ਉਹ ਡਟੇ ਰਹੇ, ਤੁਸੀਂ ਸ਼ਾਇਦ ਨਹੀਂ ਗਏ ਹੋਗੇ, ਮੈਂ ਤਾਂ ਉੱਥੇ ਜਾ ਕੇ ਦੇਖਿਆ ਕਿ ਉਹਨਾਂ ਦੇ ਚਿਹਰੇ ਤੇ ਉਦਾਂ ਹੀ ਚਾਅ ਹੈ, ਕੋਈ ਠੰਡ ਕੋਈ ਗਰਮੀ। ਇਹ ਕਿਰਤ ਦੀ ਬਰਕਤ ਹੈ। ਕਿਰਤੀ ਦੇ ਸਿਰ ਤੇ ਮੁਲਕ ਜਿਉਂਦੇ ਹੁੰਦੇ ਨੇ। ਜਦੋਂ ਕਿਤੇ ਮੁਲਕ ਤੇ ਬਿਪਤਾ ਪੈਣੀ ਹੈ ਨਾ, ਬਿਪਤਾ ਜਦੋਂ ਵਿਰੋਧੀ ਨੇ ਚੜ ਕੇ ਆਉਣੇ, ਆ ਜਿਹੜੇ ਕਹਿੰਦੇ ਨਾ ਜੇ ਕਾਨੂੰਨ ਮਾਫ ਨਹੀਂ ਹੋਊਗਾ, ਲੱਭਣੇ ਨਹੀਂ ਹੈ। ਫਿਰ ਆ ਕੁਰਸੀਆਂ ਤੇ ਬੈਠੇ ਵੱਡੇ ਵੱਡੇ ਢਿੱਡਾਂ ਵਾਲੇ, ਉਹ ਲੱਭਣੇ ਨਹੀਂ। ਜਦੋਂ ਖੜਕਣ ਲੱਗਣੀਆਂ, ਉੱਥੇ ਕਿਰਤੀਆਂ ਨੇ ਡੰਡਾ ਖੜਕਾਉਣਾ। ਕਿਰਤੀ ਬਾਰਡਰ ਤੇ ਅੜਦੇ ਨੇ, ਕਿਰਤੀਆਂ ਦੇ ਪੁੱਤਰ ਬਾਰਡਰ ਤੇ ਅੜਦੇ ਨੇ। ਇਹਨਾਂ ਦੇ ਪੁੱਤਰ ਤਾਂ ਗਰੀਬਾਂ ਨੂੰ ਗੱਡੀਆਂ ਹੇਠ ਐਵੇਂ ਮਿੱਧ ਸਕਦੇ, ਹੋਰ ਕੁਝ ਨਹੀਂ ਕਰ ਸਕਦੇ। ਬੇਈਮਾਨੀ ਕਰ ਸਕਦੇ ਨੇ, ਝੂਠ ਬੋਲ ਸਕਦੇ ਨੇ, ਠੱਗੀ ਕਰ ਸਕਦੇ ਨੇ। ਲੇਕਿਨ ਕਿਰਤੀ ਜਿਹੜਾ, ਉਹ ਕਿਰਤ ਕਰਦਾ ਕਰਦਾ ਜਿਹੜਾ ਨਾ ਅੰਦਰੋਂ ਐਨ ਦ੍ਰਿੜ ਹੋ ਜਾਂਦਾ ਹੈ। ਕਿਰਤ ਕੋਈ ਵੀ ਕਰੋ, ਵਪਾਰ ਕਰੋ, ਕਿਰਤ ਕਰੋ, ਬਿਜ਼ਨਸ ਕਰੋ, ਦੁਕਾਨ ਕਰੋ, ਪਰ ਉਹ ਕਿਰਤ ਕਰੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਪਰ ਉਹ ਕਿਰਤ ਜਿਹੜੀ ਹੈ ਸਾਨੂੰ ਅੰਦਰੋਂ ਪਵਿੱਤਰ ਕਰੇਗੀ। ਉਸ ਕਿਰਤ ਨਾਲ ਕਮਾਇਆ ਹੋਇਆ ਧਨ ਦੌਲਤ ਸਾਡੇ ਘਰ 'ਚ ਬਰਕਤ ਪਾਏਗਾ। ਪਰ ਜਦੋਂ ਉਹ ਮੋਹ ਬਣ ਜਾਂਦਾ ਹੈ, ਫਿਰ ਅਸੀਂ ਦੇਸਾਂ ਪ੍ਰਦੇਸਾਂ 'ਚ ਪ੍ਰਪੰਚ ਕਰਕੇ ਪੈਸਾ ਇਕੱਤਰ ਕਰਦੇ ਹਾਂ। ਫਿਰ ਅੰਤ ਹੋਵੇ ਵੈਰ ਵਿਰੋਧ, ਕੋ ਸਕੇ ਨਾ ਛਡਾਇਆ। ਸਤਿਗੁਰੂ ਜੀ ਕਹਿੰਦੇ ਉਹਦਾ ਰਿਜ਼ਲਟ ਕੀ ਨਿਕਲਦਾ? ਜਿਹੜਾ ਅਸੀਂ ਇਧਰੋਂ ਉਧਰੋਂ ਹੇਰਾ ਫੇਰੀਆਂ, ਠੱਗੀਆਂ ਠੋਰੀਆਂ ਦੇ ਨਾਲ, ਕਿਉਂਕਿ ਜਦੋਂ ਅਸੀਂ ਮੋਹ 'ਚ ਪੈ ਜਾਂਦੇ ਹਾਂ, ਸਤਿਗੁਰੂ ਜੀ ਨੇ ਗੱਲ ਇੱਥੋਂ ਤੋਂ ਸ਼ੁਰੂ ਕੀਤੀ ਸੀ, ਇਸਤਰੀ ਪਰਖੇ ਬਹੁ ਪ੍ਰੀਤ ਮਿਲ ਮੋਹ ਵਧਾਇਆ। ਪਿਆਰ ਹੈ, ਚੰਗੀ ਗੱਲ ਹੈ, ਹੋਣਾ ਚਾਹੀਦਾ, ਘਰ 'ਚ ਪਿਆਰ ਨਾਲ ਰਹਿਣਾ ਚਾਹੀਦਾ, ਪਰ ਇਹ ਪਿਆਰ ਮੋਹ 'ਚ ਨਹੀਂ ਬਦਲਣਾ ਚਾਹੀਦਾ। ਮੋਹ ਦਾ ਅਰਥ ਹੈ ਕਿ ਆਪਣੇ ਪਰਿਵਾਰ ਤੋਂ ਬਿਨਾਂ ਹੋਰ ਕੋਈ ਨਜ਼ਰ ਹੀ ਨਾ ਆਏ। ਮੈਂ ਕਹਾਂ ਕਿ ਲੋਕਾਂ ਦਾ ਖੋਕ ਵੀ ਆਪਣੇ ਘਰ 'ਚ ਹੀ ਲੈ ਆਵਾਂ, ਮੇਰਾ ਘਰ ਵੱਡਾ ਹੋ ਜਾਏ, ਲੋਕਾਂ ਦੇ ਘਰ ਬਰਬਾਦ ਹੋ ਜਾਣ, ਮੇਰੇ ਬੱਚੇ ਸਾਰੀਆਂ ਸਹੂਲਤਾਂ ਨਾਲ, ਲੋਕਾਂ ਦੇ ਬੱਚੇ ਭਾਵੇਂ ਰੁਲਦੇ ਹੀ ਫਿਰਨ, ਉਹਨਾਂ ਕੋਲੋਂ ਖੋਹ ਹੀ ਲਓ ਜਿਵੇਂ ਮਰਜ਼ੀ। ਇਹ ਮੋਹ ਹੈ। ਤੇ ਮੋਹ ਵਿੱਚੋਂ ਕੀ ਹੁੰਦਾ? ਗੁਰਬਾਣੀ ਕਹਿੰਦੀ ਕਾਮਨ ਲੋੜੇ ਸੋਇਨਾ ਰੂਪਾ, ਮਿੱਤਰ ਲੋੜੇਣ ਸੁਖਾ ਦਾਤਾ, ਨਾਨਕ ਪਾਪ ਕਰੇ ਜਿਨ ਕਾਰਨ ਜਾਸੀ ਜੰਪਰ ਬਾਧਾਤਾ। ਘਰ ਦੇ ਵਿੱਚ ਤਾਂ ਸੋਨੇ ਦੀ ਵੀ ਲੋੜ ਹੈ, ਇਸਤਰੀ ਨੇ ਸੋਨਾ ਮੰਗਣਾ ਹੈ, ਬੱਚਿਆਂ ਨੇ ਖਾਣ ਪੀਣ ਦੀਆਂ, ਹੋਰ ਮਿੱਤਰਾਂ ਨੇ ਵੀ ਕਹਿਣਾ ਲਿਆ ਕੇ ਖਵਾ ਸਾਨੂੰ। ਆਪਾਂ ਦੇਖਦੇ ਮਿੱਤਰਾਂ ਦੀ ਖਾਤਰ ਵੀ ਬੰਦਾ ਪਾਰਟੀਆਂ ਦੇ ਦੇ ਕੇ ਕਿੰਨੇ ਖਰਚੇ ਕਰ ਦਿੰਦਾ, ਖੁਸ਼ੀ ਲੈਣ ਦੇ ਲਈ, ਉਹਨਾਂ ਨੂੰ ਪ੍ਰਸੰਨ ਕਰਨ ਦੇ ਲਈ, ਆਪਣੀ ਇੱਜ਼ਤ ਬਚਾਉਣ ਦੇ ਲਈ। ਸਤਿਗੁਰੂ ਜੀ ਕਹਿੰਦੇ ਮਿੱਤਰ ਲੋੜੇਣ ਸੁਖਾ ਦਾਤਾ। ਮਿੱਤਰ ਬਹੁਤੇ ਉਨੇ ਹੁੰਦੇ ਹੀ ਉਹਨਾਂ ਚਿਰ ਨੇ ਜਿੰਨਾ ਚਿਰ ਖਾਣ ਪੀਣ ਦੀ ਮੌਜ ਲੱਗੀ ਰਹੇ। ਜਿਹਦੇ ਕੋਲ ਖਾਣ ਪੀਣ ਲਈ ਕੁਝ ਨਾ ਹੋਵੇ, ਉਹਦੇ ਕੋਲ ਬਹੁਤੇ ਮਿੱਤਰ ਨਹੀਂ ਹੁੰਦੇ। ਜੇ ਹੁੰਦੇ ਨੇ ਤੇ ਵਾਕਿਆ ਹੀ ਉਹ ਮਿੱਤਰ ਹੁੰਦੇ ਨੇ। ਖਾਣ ਪੀਣ ਵਾਲੇ ਮਿੱਤਰ ਮਿੱਤਰ ਨਹੀਂ ਹੁੰਦੇ, ਉਹ ਤੇ ਜਿੰਨਾ ਚਿਰ ਖਾਣ ਪੀਣ ਹੈ ਮਿੱਤਰ ਉਹਨਾਂ ਚਿਰ ਨੇ। ਦੁਨੀਆ ਕੇਰੀ ਦੋਸਤੀ ਮਾਇਆ ਕਾ ਸੰਬੰਧ, ਵੇਖਦਿਆਂ ਹੀ ਭੱਜ ਜਾਣ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਜਿਹੜਾ ਦੁਨੀਆ ਦੀ ਦੋਸਤੀ ਇਹ ਮਾਇਆ ਤੱਕ ਹੈ, ਵੇਖਦਿਆਂ ਹੀ ਭਾਜਨ ਕਦੇ ਨਾ ਪਾਇੰਦ ਬੰਦ, ਜਿਚਰ ਪੈਨ ਖਾਵਣੇ ਤਿਚਰ ਰੱਖਣ ਗੰਢ, ਜਿਤ ਦਿਨ ਕਿਛੁ ਨਾ ਹੋਵੀ ਤਿਤ ਦਿਨ ਬੋਲਣ ਗੰਢ। ਜਿੰਨਾ ਚਿਰ ਖਾਣ ਪੀਣ ਦੀ ਮੌਜ ਹੈ ਉਹਨਾਂ ਚਿਰ ਬੜੇ ਮਿੱਤਰ ਨੇ, ਰੌਣਕਾਂ ਹੀ ਲੱਗੀਆਂ ਰਹਿੰਦੀਆਂ ਨੇ। ਪਰ ਜਦੋਂ ਫਿਰ ਖਾਣ ਪੀਣ ਦੀ ਮੌਜ ਨਾ ਰਹੇ, ਉਦੋਂ ਕਿਤੇ ਰੌਣਕ ਦੇਖੀ ਤੁਸੀਂ? ਉਦੋਂ ਕੋਈ ਨੇੜੇ ਨਹੀਂ ਲੱਗਦਾ। ਸੁਖ ਮੈਂ ਆਨ ਬਹੁਤ ਮਿਲ ਬੈਠ ਰਹਿਤ, ਚਾਹੂੰ ਦਿਸ ਘੇਰੇ ਬਿਪਤ ਪਰੀ, ਸਭ ਹੀ ਸੰਗ ਛਾੜਤ ਕੋ ਨਾ ਆਵਤ ਨੇੜੇ। ਸਤਿਗੁਰੂ ਜੀ ਕਹਿੰਦੇ ਉਵੇਂ ਮਿੱਤਰ ਲੋੜੇਨ ਸੁਖਾ ਦਾਤਾ। ਇਹ ਜਿਹੜੇ ਦੁਨਿਆਵੀ ਮਿੱਤਰ ਨੇ ਇਹ ਖਾਣਾ ਪੀਣਾ ਹੀ ਮੰਗਦੇ ਨੇ। ਜੇ ਇਹਨਾਂ ਨੂੰ ਖਾਣਾ ਪੀਣਾ ਨਾ ਮਿਲੇ ਤੇ ਮਿੱਤਰਤਾ ਵੀ ਨਹੀਂ ਰਹਿੰਦੀ। ਅਸਲੀ ਮਿੱਤਰ ਤੇ ਉਹ ਹੈ ਜਿਹੜਾ ਦੁੱਖ ਵੇਲੇ ਤੁਹਾਡਾ ਸਾਥ ਦੇਵੇ। ਉਸ ਮਿੱਤਰ ਦੀ ਵਡਿਆਈ ਕੀਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ। ਈਤ ਊਤ ਨਾ ਵਿਛੜੈ ਸੋ ਸੰਗੀ ਧਨੀ ਹੈ। ਜਿਹੜਾ ਇੱਥੇ ਉੱਥੇ ਹਰ ਵੇਲੇ ਦੁੱਖ ਸੁੱਖ ਵੇਲੇ ਸਾਡਾ ਮਦਦਗਾਰ ਬਣੇ, ਉਹ ਸੰਗੀ ਸਾਥੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਇਹ ਜਿਹੜੇ ਬਾਹਰਲੇ ਮਿੱਤਰ ਜਿਹੜੇ ਖਾਣ ਪੀਣ ਤੱਕ ਸੀਮਤ ਨੇ, ਹੁੰਦਾ ਕੀ ਹੈ? ਅੰਤ ਹੋਵੇ ਵੈਰ ਵਿਰੋਧ। ਕਈ ਵਾਰ ਮਨੁੱਖ ਦੇ ਕੋਲ ਧਨ ਦੌਲਤ ਬਹੁਤ ਆ ਜਾਂਦਾ, ਉਹਦੇ ਕੀਤੇ ਕੰਮਾਂ ਸਦਕਾ ਮਿੱਤਰ ਵੀ ਬਣ ਜਾਂਦੇ ਨੇ। ਉਹ ਮਿੱਤਰ ਹੀ ਜਾਨ ਦੇ ਵੈਰੀ ਬਣ ਜਾਂਦੇ ਨੇ, ਮਿੱਤਰ ਹੀ ਜਾਨ ਦੇ ਵੈਰੀ ਬਣ ਜਾਂਦੇ ਨੇ। ਸਿਰਫ ਧਨ ਦੀ ਖਾਤਰ, ਧਨ ਦੀ ਖਾਤਰ ਉਹ ਉਹਦੇ ਘਰ ਨੂੰ ਬਰਬਾਦ ਕਰ ਦਿੰਦੇ ਨੇ, ਜ਼ਿੰਦਗੀ ਨੂੰ ਬਰਬਾਦ ਕਰ ਦਿੰਦੇ ਨੇ। ਗੁਰੂ ਰਾਮਦਾਸ ਜੀ ਕਹਿੰਦੇ ਕਿ ਜਦੋਂ ਅਸੀਂ ਇਹੋ ਜਿਹੇ ਤਰੀਕਿਆਂ ਨਾਲ ਪੈਸਾ ਲਿਆਉਂਦੇ, ਉਹਦਾ ਅੰਤ ਕੀ ਹੁੰਦਾ? ਅੰਤ ਹੋਵੇ ਵੈਰ ਵਿਰੋਧ, ਕੋ ਸਕੇ ਨਾ ਛਡਾਇਆ। ਉਹਦਾ ਅੰਤ ਇਹ ਹੁੰਦਾ ਕਿ ਉਹਦੇ ਚ ਵੈਰ ਵਿਰੋਧ ਖੜੇ ਹੋ ਜਾਂਦੇ ਨੇ। ਫਿਰ ਇਸ ਵੈਰ ਵਿਰੋਧ ਤੋਂ ਜਾਂ ਇਹਦੇ ਚ ਪੈਦਾ ਕੀਤੇ ਹੋਏ ਦੁੱਖਾਂ ਤੋਂ ਸਾਨੂੰ ਕੋਈ ਬਚਾ ਨਹੀਂ ਸਕਦਾ, ਕੋਈ ਬਚਾ ਨਹੀਂ ਸਕਦਾ। ਮਿੱਤਰ ਤੇ ਹੈਗੇ ਖਾਣ ਪੀਣ ਦੇ ਲਈ, ਉਹਨਾਂ ਨੇ ਤੇ ਕੀ ਬਚਾਉਣਾ? ਉਹ ਤੇ ਆਪ ਵੈਰੀ ਬਣ ਜਾਂਦੇ ਨੇ ਸਗੋਂ ਮਨੁੱਖ ਦੇ।
सतगुरु जी कहते नानक विण नामे त्रिग मोहो जित लग दुख पाया। गुरु रामदास जी कहते प्यार होना तो बड़ी चंगी गल है। गुरबाणी ने कहा कि घर च प्यार होए, मनुखता नाल प्यार होए, ये बहुत चंगी गल है। पर यह प्यार मोह विच नहीं बदलना चाहिए। जदों मोह बन गया, नानक विण नामे त्रिग मोहो, गल गुरु साहब जी ने शुरू की सी कि इस्त्री पुरखे बहु प्रीत मिल मोह वधाया। प्यार होना तो ठीक है, जिथे प्यार होएगा उत्थे असीं हमेशा परमात्मा का शुकराना करांगे कि वाहिगुरु तेरी कृपा सदका साडा परिवार कितना सोहना है, घर च साडे प्यार है, सोहने कारोबार ने, असीं शुकराना करांगे, रब दे प्यार जुड़ांगे जिथे प्यार होएगा। पर जिथे मोह होएगा ना, मोह विच असीं ना शुकरे बन जावांगे, हंकारी बन जावांगे। सतगुरु जी कहते कि वाहिगुरु जी दे नाम नालों टुट के आ जिहड़ा मोह है ये हंकार च लै गया। त्रिग है इहो जिहा मोह, लानत है इहो जिहे मोह नूं, जिस करके असीं दुखी हो गए, जिस करके असीं परमात्मा नूं भुला दिता। ये मोह विच इहो जिहे असीं फसदे हां कि मनुख रब नूं ही भुल बैठदा है। वाहिगुरु जी ने सोहना कर दिता है, ये वाहिगुरु जी की बड़ी वड्डी बख्शिश है। सानू घर परिवार च प्यार च बैठ के ये गल हमेशा याद रखनी चाहिए कि वाहिगुरु असीं किन्ने वडभागी हां, अपने परिवार दे नाल अपने घर च बैठे हुए, अपने परिवार दे नाल। किन्ने वो लोग ने, कदी नहर दे कंढे जाओ, पुलां दे हेठ बैठे ने, किते भी चल जाओ, किसी मुल्क चल जाओ, पुलां दे हेठ जिंदगी बतीत करते, निके निके बच्चे उन्हां दे ठंड विच ठरू ठरू करते फिरदे ने। जे घर च प्यार है तो वाहिगुरु जी का शुकराना ही करांगे। वाहिगुरु तुहाडी कृपा सदका सोहने घर च परिवार नाल रह रहे, असीं प्यार होएगा, असीं शुकराना करांगे कि सानू साडे घर च ही तुसीं सारियां सहूलतां दित्तियां ने, सोहने कारोबार दित्ते ने, सोहना परिवार दिता है। पर जदों ये मोह च पै गया, भाव सिर्फ तो सिर्फ उत्थे स्वार्थ खड़ा हो गया कि धन ही चाहिए, दौलत चाहिए है, पैसा चाहिए। ऐसा मनुख लियाएगा फिर बेईमानी करके, प्रपंच करके, फिर ओदा नतीजा की निकलेगा। सतगुरु जी कहते ने अखीर वेले वैर विरोध खड़े हो जाएंगे, परिवारां च वैर विरोध खड़े हो जाते हैं। आपां देखते हैं इहो जी दौलत, पुत्र प्यो ते मुकदमा करी फिरदा, प्यो पुत्रां ते मुकदमा करी फिरदे ने, आपां भैणां भरावां ते मुकदमा करी जांदियां ने। इहो जे आम अदालतां भरियां पईयां ने इन्हां मुकदमे, होर अदालतां सारे कतलां दे मुकदमे थोड़ो ने। अदालतां दे मुकदमे ने डोमैसटिक वायलेंस दे, साडे घरेलू झगड़ियां दे मुकदमे जिहड़े भरे पए ने, वो क्यों खड़े हुंदे ने? उहदा कारण यह है कि असीं मोह विच पै के जो कुछ करदे हां उहदा नतीजा सिर्फ झगड़े ही निकलदा है, वो भावें किस तरह दे निकलण। सतगुरु जी कहंदे विण नामे नानक विण नामे त्रिग मोह। हे नानक जी, जे घर परिवार च रह के जां कारोबार करदे हां, रोटी पानी खांदे हां, असीं वाहिगुरु जी दे प्यार च नहीं जुड़े, परमात्मा दा धन्नवाद नहीं कीता, केवल मोह ही पैदा हो गया साडे अंदर। त्रिग है इहो जिहा मोह, जिस करके जित लग दुख पाया, जिहदे करके असीं दुखी हो गए। देखो ना, परिवार तां सुखां लई है, ये घर तां सुखां लई है, ये कारोबार तां सुखां लई ने, ये धन दौलत तां सुख दी खातर है। जे हुण परिवार करके ही असीं दुखी हो गए, घर करके दुखी हो गए, कारोबार करके दुखी हो गए, जे असीं दौलत करके दुखी हो गए, तो त्रिग है इहो जी दौलत। सियाणे कहंदे भट पिया सोना जिहड़ा कन्नां नूं खाए। इहो जी दौलत, इहो जिहा मोह जिहड़ा है वो ते त्रिग है ना। चाहिदा ते प्यार सी पर बन गया ये मोह। सतगुरु सच्चे पातशाह जी कहंदे ने जदों असीं प्यार च रवांगे, वाहिगुरू जी दे शुकराने च रवांगे। जदों असीं मोह चाहांगे, मोह विच असीं शुकराना तो नहीं करांगे, पर लोकां पासों खोई जावांगे, नजायज ढंग तरीके वरत के असीं परपंच करके बहुत कुछ लियावांगे, पर उहदे च वैर विरोध कल कलेश खड़े हो जाणगे। भाव कि साडी जिंदगी च जे कोई कल कलेश है, ये रब दा पैदा कीता होया नहीं है। गुरबाणी कहंदी दद्दै दोष न दिओ किसै, दोष कर्म अपने। जिवें धरती च जो असीं बीजदे हां उही कुछ उगणे। किकरां दे बीज बीजांगे, किकरां उगणगीਆਂ, कंडे चुभणगे, कहो जी मेरे पैर च कंडा चुभ गया, रब ने बड़ा जुल्म कीता, किकरां ते मैं ही बीजियां ने। जो मैं करदा हां उही कुछ साडी जिंदगी च अगे आउणा है। ये दुख सुख साडे कीते कर्मां करके ने। सतगुरु सच्चे पातशाह जी ने सानू इस मुखवाक दे राही जिंदगी च
ਪਰਿਵਾਰਕ ਤੌਰ ਤੇ ਪਿਆਰ ਵਿੱਚ ਰਹਿਣ ਦੀ ਜਿੱਥੇ ਪ੍ਰੇਰਨਾ ਕੀਤੀ, ਉੱਥੇ ਕਿਰਤ ਕਰਨ ਦੀ ਗੱਲ ਕਹੀ ਹੈ। ਮੋਹ ਤੋਂ ਉੱਚੇ ਉੱਠ ਕੇ ਉਸ ਪਰਮ ਪਿਤਾ ਵਾਹਿਗੁਰੂ ਜੀ ਦੇ ਸ਼ੁਕਰਾਨੇ ਵਿੱਚ ਜੁੜਨ ਦੀ ਗੱਲ ਕਹੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਇਹ ਬਚਨ ਸਾਡੇ ਹਿਰਦੇ 'ਚ ਵਸਣ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਭੁੱਲ ਚੁੱਕ ਦੀ ਖਿਮਾ ਜੀਓ। ਗਰੀਬ ਨਿਵਾਸ ਸਤਿਗੁਰੂ ਜੀ ਸਮੂਹ ਸੰਗਤਾਂ ਨੂੰ ਆਪਣੇ ਦਰੋਂ ਕਰੋ ਨਾਮ ਬਾਣੀ ਦਾ ਪਿਆਰ ਬਖਸ਼ ਕੇ ਕਰਤਾਰ ਕਰਨ ਜੀ। ਪਿਆਰ ਸਹਿਤ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।